ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ। ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ। ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ। ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ। ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੁੰਜ ਲਗਿਓ ਧਨ ਚਾਰ ਬਿਮਾਨ। ਉਠਾਏ ਕਰਿਓ ਸਭ ਤੇ ਅਗਵਾਈ। ਬ੍ਰਿੰਦ ਮਸੰਦ ਮਿਲੇ ਸਿੱਖ ਸੇਵਕ। ਸ੍ਰੀ ਗੁਰ ਸੰਗ ਭਲੇ ਪਿਛਵਾਈ। ਪਾਠ ਕਰੈ ਗੁਰਬਾਨ ਮਹਾਨ ਕੋ। ਲੋਚਨ ਤੇ ਜਲ ਮੋਚਤ ਜਾਈ। ਜਾਤ ਭਏ ਪੁਰ ਕੀਰਤ ਮੈਂ। ਗੁਰ ਕੀਰਤ ਕੋ ਬਰਨੈ ਸਮੁਦਾਈ। ਪੁੰਜ ਲਗਿਓ ਧਨ ਚਾਰ ਬਿਮਾਨ। ਉਠਾਏ ਕਰਿਓ ਸਭ ਤੇ ਅਗਵਾਈ। ਬਿੰਦ ਮਸੰਦ ਮਿਲੇ ਸਿੱਖ ਸੇਵਕ। ਸ੍ਰੀ ਗੁਰ ਸੰਗ ਭਲੇ ਪਿਛਵਾਈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੀ ਮਾਲਕ। ਪਤਿਤ ਪਾਵਨ ਹਾਜ਼ਰਾ ਹਜੂਰ। ਜਹਰਾ ਜਹੂਰ। ਲੋਕ ਔਰ ਪਰਲੋਕ ਦੇ ਰੱਖਿਅਕ। ਸੱਚੇ ਸ਼ਾਹਿਨਸ਼ਾਹ ਦੀਨ ਅਰ ਦਇਆਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਸੰਧਿਆ ਦੀ ਸਜੇ ਦੀਵਾਨਾਂ ਅੰਦਰ ਆਪ ਸੰਗਤਾਂ ਹਾਜ਼ਰੀ ਭਰ ਕਰ ਖੁੱਲ੍ਹੇ ਦਰਸ਼ਨ ਪਰਸ ਕੇ ਨੇਤਰਾਂ ਨੂੰ ਸਫਲ ਬਣਾ ਰਹੇ ਹੋ। ਨਿਤਾ ਪ੍ਰਤੀ ਲੜੀਵਾਰ ਸਤਿਗੁਰੂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਜੀਵਨ ਦੀ ਅੰਮ੍ਰਿਤ ਰੂਪ ਕਥਾ ਸ਼ਰਵਣ ਕਰਦਿਆਂ ਹੋਇਆਂ ਆਪ ਜੀ ਲੋਕ ਹਰ ਪਰਲੋਕ ਨੂੰ ਸਫਲ ਬਣਾਉਂਦੇ ਹੋ। ਲੜੀ ਅੰਦਰ ਚੱਲ ਰਹੀ ਕਥਾ ਦੇ ਜੋ ਪ੍ਰਸੰਗ ਆਪ ਜੀ ਹੁਣ ਪਿੱਛੇ ਦੀਵਾਨਾਂ ਵਿੱਚ ਸ਼ਰਵਣ ਕਰਕੇ ਆਏ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਹੋਣ ਤੋਂ ਬਾਅਦ ਮਹਾਰਾਜ ਦੇ ਧੜ ਦੀ ਸੰਸਕਾਰ ਸੇਵਾ ਭਾਈ ਲੱਖੀ ਸ਼ਾਹ ਬਣਜਾਰੇ ਇਤਿਹਾਦਕ ਗੁਰਮੁਖਾਂ ਰਕਾਬਗੰਜ ਸਾਹਿਬ ਦੇ ਅਜੋਕੇ ਸਥਾਨ ਵਾਲੀ ਜਗ੍ਹਾ ਕੀਤੀ ਤੇ ਸੀਸ ਮਹਾਰਾਜ ਦਾ ਭਾਈ ਜੈਤਾ ਜੀ ਦੇ ਝੋਲੀ ਪਿਆ ਸੇਵਾ ਪ੍ਰਾਪਤ ਹੋਈ ਹੈ। ਆਨੰਦਪੁਰ ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਨੂੰ ਖਬਰ ਹੋ ਚੁੱਕੀ ਕਿ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆ ਰਿਹਾ ਦਿੱਲੀ ਤੋਂ ਆਨੰਦਪੁਰ ਸਾਹਿਬ। ਗੁਰੂਦੇਵ ਨੇ 2 ਘੋੜ ਸਵਾਰ ਭੇਜੇ ਸਨ ਦਿੱਲੀ ਵਾਲੇ ਪਾਸੇ ਨੂੰ, ਆਨੰਦਪੁਰ ਸਾਹਿਬ ਤੋਂ ਵੀ ਜਾ ਕੇ ਵੇਖ ਕੇ ਆਓ ਭਾਈ ਜੈਤਾ ਕਿੱਥੇ ਕਾਉਂਦਾ। ਇੱਧਰ ਭਾਈ ਜੈਤਾ ਦਿੱਲੀਓਂ ਚੱਲਦਾ ਥਾਵਾਂ ਪੁਰ ਥਾਂ ਰੁਕਦਾ ਤੇ ਖਾਲਸਾ ਜੀ ਜਦੋਂ ਆ ਰਿਹਾ ਤੇ ਇਹ 2 ਘੋੜ ਸਵਾਰ ਭਾਈ ਜੈਤੇ ਜੀ ਨੂੰ ਰਾਹ 'ਚ ਮਿਲ ਗਏ ਸਨਗੇ ਤੇ ਉਹਨਾਂ ਪੁੱਛਿਆ, ਭਾਈ ਜੈਤਿਆ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਜੀ ਨੂੰ ਭੇਜਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਖਬਰਸਾਰ ਸੁਧ ਲੈਣ ਵਾਸਤੇ, ਕੀ ਬਣਿਆ? ਅੱਖਾਂ 'ਚੋਂ ਨੇਤਰਾਂ 'ਚੋਂ ਜਲ ਕੇਰਦੇ ਭਾਈ ਜੈਤਾ ਜੀ ਨੇ ਆਖਿਆ ਕਿ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਚਾਲਾ ਮਾਰ ਗਏ ਹੈ ਤੇ ਮਹਾਰਾਜ ਦਾ ਸੀਸ ਦੀ ਸੇਵਾ ਮੈਨੂੰ ਮਿਲੀ, ਅਨੰਦਪੁਰ ਸਾਹਿਬ ਮੈਂ ਜਾਣਾ ਤੇ ਤੁਸੀਂ ਗਾਹ ਨਾ ਜਾਓ ਦਿੱਲੀ, ਹੁਣ ਮਾਹੌਲ ਬਹੁਤ ਭਿਆਨਕ ਹੋ ਚੁੱਕਾ ਹੈ। ਔਰੰਗਜ਼ੇਬ ਤੇ ਉਹਦੇ ਸਿਪਾਹੀ ਭੁੱਖੇ ਭੇੜੀਆਂ ਵਾਂਗਰਾਂ ਮਹਾਰਾਜ ਦੇ ਸੀਸ ਨੂੰ ਲੱਭ ਰਹੇ ਹੈ ਤੇ ਬੜੀ ਭਾਰੀ ਉੱਥੇ ਸਖਤੀ ਕੀਤੀ ਜਾ ਰਹੀ ਹੈ, ਪੁੱਛ ਗਿੱਛ ਹੋ ਰਹੀ ਹੈ ਤੇ ਤੁਸੀਂ ਹੁਣ ਇੱਥੋਂ ਆਨੰਦਪੁਰ ਜਾਓ, ਮੈਂ ਕੀਰਤਪੁਰ ਸਾਹਿਬ ਆ ਜਾਣਾ ਕੁਝ ਸਮੇਂ 'ਚ ਹੀ ਸੀਸ ਲੈ ਕੇ। ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਪੁੱਛੋ ਉੱਥੇ ਵੀ ਕਿਵੇਂ ਕਰਨਾ ਗੁਰੂਦੇਵ ਦਾ ਸੀਸ ਦਾ ਸੰਸਕਾਰ, ਕੀਰਤਪੁਰ ਸਾਹਿਬ ਕਰਨਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ। ਉਹ ਸਿੱਖ ਵਾਪਸ ਮੁੜੇ, ਜਾ ਕੇ ਗੁਰੂਦੇਵ ਗੁਰੂ ਕਲਗੀਧਰ ਸਾਹਿਬ ਨੂੰ ਸਾਰੀ ਖਬਰ ਦੱਸ ਦਿੱਤੀ, ਮਹਾਰਾਜ ਭਾਈ ਜੈਤਾ ਜੀ ਲਾਗੇ ਆ ਗਏ ਹੈ ਤੇ ਕਿਵੇਂ ਹੁਣ ਆਪ ਜੀ ਦੀ ਕੀ ਸਲਾਹ ਹੈ? ਉਹਨਾਂ ਕੀਰਤਪੁਰ ਸਾਹਿਬ ਆਉਣਾ ਪਹਿਲਾਂ। ਮਹਾਰਾਜ ਨੇ ਫਿਰ ਮਾਤਾ ਨਾਨਕੀ ਜੀ ਵੱਡੇ ਸਨ, ਪੁੱਛਿਆ ਮਾਤਾ ਜੀ ਸੀਸ ਆ ਗਿਆ ਹੈ ਗੁਰੂਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸੁਣ ਕੇ ਸਾਰੀਆਂ ਸੰਗਤਾਂ ਵਿਰਾਗ ਕਰਨ ਲੱਗੀਆਂ, ਨੇਤਰਾਂ 'ਚੋਂ ਜਲ ਕੀਰਨ ਲੱਗੀਆਂ। ਮਹਾਰਾਜ ਨੇ ਫਿਰ ਬੜੇ ਉਪਦੇਸ਼ ਦੇ ਕੇ ਸੰਗਤ ਨੂੰ ਧੀਰਜ ਦਿੱਤਾ। ਫਿਰ ਸਤਿਗੁਰੂ ਨੇ ਆਖਿਆ, ਦਾਦੀ ਮਾਂ ਆਪ ਜੀ ਦਾ ਕੀ ਵਿਚਾਰ ਹੈ ਵੀ ਪਿਤਾ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਿੱਥੇ ਕਰਨਾ ਚਾਹੀਦਾ? ਮਸੰਦ ਜਿਹੜੇ ਸੀਗੇ ਉਸ ਸਮੇਂ ਦੇ ਜ਼ਿੰਮੇਵਾਰ ਸਿੱਖ ਹੁੰਦੇ, ਜਿਹੜੇ ਪ੍ਰਬੰਧਕ ਹੁਣ ਕਹਿ ਦਿੰਦੇ ਆ, ਉਹਨਾਂ ਬੇਨਤੀ ਕੀਤੀ ਵੀ ਹੁਣ ਤੱਕ ਸਾਰੇ ਸੋਢੀਆਂ ਦੇ ਜਿਹੜੇ ਸੰਸਕਾਰ ਹੈ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਕੀਰਤਪੁਰ ਸਾਹਿਬ ਹੀ ਹੋਏ ਹੈ। ਗੁਰੂ ਹਰ ਰਾਏ ਸਾਹਿਬ, ਬਾਬਾ ਗੁਰਦਿੱਤਾ ਜੀ ਹੋਏ, ਬਾਬਾ ਸੂਰਜਮਲ ਜੀ ਹੋਏ, ਤੇ ਕਿਉਂ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਵੀ ਕੀਰਤਪੁਰ ਸਾਹਿਬ ਹੋ ਜਾਏ। ਮਾਤਾ ਗੁਜਰ ਕੌਰ ਜੀ ਫਿਰ ਬੋਲੇ ਸਨ, ਬੜੇ ਸਿਆਣੇ ਸੀ ਮਾਤਾ ਜੀ। ਮਾਤਾ ਜੀ ਕਹਿੰਦੇ ਵੀ ਉਹਨਾਂ ਸੋਢੀਆਂ ਦਾ ਸੰਸਕਾਰ ਤਾਂ ਕੀਰਤਪੁਰ ਸਾਹਿਬ ਹੁੰਦਾ ਰਿਹਾ ਕਿਉਂਕਿ ਉਹਨਾਂ ਨੇ ਕੋਈ ਹੋਰ ਅਜੇ ਨਵਾਂ ਨਗਰ ਨਹੀਂ ਵਸਾਇਆ ਸੀ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰਾਂ ਨੇ ਜਦੋਂ ਗੁਰਤਾ ਗੱਦੀ ਮਿਲੀ ਤੇ ਉਦੋਂ ਬਾਅਦ ਇਹ ਨਗਰ ਆਨੰਦਪੁਰ ਸਾਹਿਬ ਵਸਾਇਆ। ਇਸ ਲਈ ਉਹਨਾਂ ਦਾ ਸੰਸਕਾਰ ਸ੍ਰੀ ਆਨੰਦਪੁਰ ਸਾਹਿਬ ਹੋਣਾ ਚਾਹੀਦਾ। ਬਾਕੀ ਉਹਨਾਂ ਦੇ ਮਾਤਾ ਨਾਨਕੀ ਜੀ ਬਹੁਤ ਉਮਰ 'ਚ ਬੁੱਢੇ ਹੈ, ਬਿਰਧ ਅਵਸਥਾ ਹੈ, ਅਤੇ ਇਹ ਕਿਵੇਂ ਦਰਸ਼ਨ ਕਰਨ ਜਾਇਆ ਕਰਨਗੇ ਰੋਜ਼ ਸੰਸਕਾਰ ਵਾਲੀ ਥਾਂ 'ਤੇ? ਜਦੋਂ ਕਿਤੇ ਮਨ ਕਰਿਆ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਿਉਰੇ ਦੇ ਦਰਸ਼ਨ ਕਰਨ ਨੂੰ, ਅਤੇ ਕੀ ਇਹਨਾਂ ਨੂੰ ਕੀਰਤਪੁਰ ਸਾਹਿਬ ਜਾਣਾ ਪਿਆ ਕਰੇਗਾ?
ਤੇ ਉਮਰ ਇਹਨਾਂ ਦੀ ਕਿੰਨੀ ਵੱਡੀ, ਕਿੱਡੇ ਔਖੇ ਹੋਣਗੇ। ਇਸ ਲਈ ਮਾਤਾ ਨਾਨਕੀ ਜੀ ਦੇ ਸਰੀਰ ਨੂੰ, ਬਿਰਧ ਅਵਸਥਾ ਨੂੰ ਵੇਖਦਿਆਂ ਹੋਇਆਂ ਵੀ ਸਰੂਪ ਮਹਾਰਾਜ ਦਾ ਇੱਥੇ ਲੈ ਆਉਣਾ ਚਾਹੀਦਾ। ਇੱਦਾਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਸਹਿਮਤ ਹੋਏ, ਗੁਰਮਤਾ ਹੋਇਆ ਤਾਂ ਮਹਾਰਾਜ ਨੇ ਆਖਿਆ ਵੀ ਇੱਕ ਸੋਹਣਾ ਵਿਭਾਣ ਤਿਆਰ ਕਰੋ ਸਾਡੇ ਪਿਤਾ ਜੀ ਦੇ ਸਰੀਰ ਦੇ ਆਸਣ ਵਾਸਤੇ। ਅਸੀਂ ਕੀਰਤਪੁਰ ਸਾਹਿਬ ਤੋਂ ਨੰਗੇ ਪੈਰੀਂ ਆਪ ਸੀਸ ਲੈ ਕੇ ਆਵਾਂਗੇ ਪਿਤਾ ਸਤਿਗੁਰਾਂ ਦਾ। ਇੱਦਾਂ ਬਹੁਤ ਸੁੰਦਰ ਵਿਭਾਣ ਤਿਆਰ ਹੋਇਆ। ਚੰਦਨ ਦੀਆਂ ਲੱਕੜਾਂ, ਹੋਰ ਜਿਹੜਾ ਕੋਈ ਸੰਸਕਾਰ ਦੀ ਸਮੱਗਰੀ ਹੁੰਦੀ, ਘਿਓ, ਤਿਲ, ਜੌਂ ਆਦਿਕ, ਉਹ ਸਾਰਾ ਕੁਝ ਖਾਲਸਾ ਜੀ ਇਕੱਠਾ ਕਰ ਲਿਆ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਕਲਗੀਧਰ ਸਾਹਿਬ ਜੀ ਆਪ ਅੱਗੇ ਲੱਗ ਕੇ ਸਮੇਤ ਸੰਗਤਾਂ ਦੇ ਇੱਥੋਂ ਤੁਰੇ ਆ। ਫਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਨ ਗਾਉਂਦੇ, ਸ਼ਬਦ ਗਾਉਂਦੇ ਰਾਗੀ ਸਿੱਖ ਨਾਲ ਹੈ ਅਤੇ ਇੱਥੋਂ ਚਾਲਾ ਪਾਇਆ ਸ੍ਰੀ ਅਨੰਦਪੁਰ ਸਾਹਿਬ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈਣ ਵਾਸਤੇ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਰਹੇ ਹੈ। ਐਸੀ ਵਿਰਾਗਮਈ ਕਥਾ ਆਪ ਦੀਆਂ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ ਆ ਦੀਵਾਨ ਵਿੱਚ। ਅੱਗੇ ਜਿਵੇਂ ਮਹਾਰਾਜ ਦਾ ਸਰੂਪ ਇੱਥੇ ਆਇਆ, ਸੰਸਕਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ, ਉਹ ਮਹਾਰਾਜ ਦੇ ਅੰਤਮ ਸੰਸਕਾਰ ਦੀ ਕਥਾ ਜਿਹੜੀ ਆ ਖਾਲਸਾ ਜੀ ਆਪ ਸਭ ਸੰਗਤਾਂ ਸਰਵਣ ਕਰੀਏ। ਗੁਰੂਦੇਵ ਨੂੰ ਹਿਰਦੇ ਵਸਾਓ। ਸਭ ਸੰਗਤ ਗੱਜ ਵੱਜ ਕੇ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੁੰਜ ਲਗਿਓ ਧਨ ਚਾਰ ਬਿਮਾਨ। ਤਾਂ ਵਿਮਾਨ ਤਿਆਰ ਕੀਤਾ ਜਿਹਦੇ 'ਚ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਉਣਾ ਹੈ। ਬਹੁਤ ਮਾਇਆ ਖਰਚ ਕੇ ਵਿਮਾਨ ਕਹਿੰਦੇ, ਜਿਵੇਂ ਆਪਾਂ ਤਾਂ ਆਮ ਸੀੜੀ 'ਤੇ ਲੈ ਜਾਂਦੇ ਆ ਕਿਸੇ ਸਰੀਰ ਨੂੰ, ਅਤੇ ਮਹਾਰਾਜ ਵਾਸਤੇ ਖਾਸ ਹੀ ਇੱਕ ਜਿਵੇਂ ਵਿਮਾਨ ਹੁੰਦਾ ਸੋਹਣਾ ਸ਼ੁੱਧ ਕੀਤਾ, ਉਹ ਤਿਆਰ ਕੀਤਾ। ਬੜੀ ਮਾਇਆ ਖਰਚ ਕੀਤੀ ਗਈ ਹੈ। ਉਠਾਏ ਕਰਿਓ ਸਭ ਤੇ ਅਗਵਾਈ। ਤੇ ਉਹ ਵਿਮਾਨ ਜਿਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ, ਜਿਸ ਪਾਲਕੀ ਸਾਹਿਬ ਕਹਿ ਲਓ, ਜਿਸ ਪਾਲਕੀ 'ਚ ਗੁਰੂਦੇਵ ਦਾ ਸੀਸ ਆਉਣਾ ਕੀਰਤਪੁਰ ਸਾਹਿਬ ਤੋਂ, ਉਹ ਪਾਲਕੀ ਸਾਹਿਬ ਨੂੰ ਸਾਰਿਆਂ ਤੋਂ ਅੱਗੇ ਅਗਲੇ ਪਾਸੇ ਸਿੱਖ ਚੁੱਕ ਕੇ ਤੁਰ ਪਏ ਹਨ। ਬ੍ਰਿੰਦ ਮਸੰਦ ਮਿਲੇ ਸਿੱਖ ਸੇਵਕ। ਤੇ ਮਗਰ ਜਿੰਨੇ ਮਸੰਦ ਹੈ, ਜਿੰਨੀਆਂ ਆਨੰਦਪੁਰ ਸਾਹਿਬ ਸੰਗਤਾਂ ਇਕੱਠੀਆਂ ਹੋਈਆਂ ਨੇ, ਸ੍ਰੀ ਗੁਰ ਸੰਗ ਭਲੇ ਪਿਛਵਾਈ। ਤੇ ਗੁਰੂ ਕਲਗੀਧਰ ਸਾਹਿਬ ਵੀ ਨਾਲ ਹੈ। ਅੱਗੇ ਅੱਗੇ ਮਹਾਰਾਜ ਦਾ ਸਰੂਪ ਆਉਣਾ, ਜਿਹਦੇ 'ਚੋਂ ਪਾਲਕੀ ਸਾਹਿਬ ਹੈ, ਤੇ ਉਹਦੇ ਮਗਰਲੇ ਪਾਸੇ ਸਾਰੀਆਂ ਸਿੱਖ ਸੰਗਤਾਂ ਤੁਰੀਆਂ ਹਨ। ਪਾਠ ਕਰੈ ਗੁਰਬਾਨ ਮਹਾਨ ਕੋ। ਤੇ ਜਾਂਦੇ ਹੋਏ ਸਿੱਖ ਬਾਣੀ ਦਾ ਪਾਠ, ਸਿਮਰਨ ਵਾਹਿਗੁਰੂ 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 ਵਾਹਿਗੁਰੂ, ਇਸ ਤੋਂ ਇਲਾਵਾ ਗੁਰਬਾਣੀ ਦਾ ਪਾਠ ਕਰਦੇ ਜਾਂਦੇ ਹੈ। ਲੋਚਨ ਤੇ ਜਲ ਮੋਚਤ ਜਾਈ। ਤੇ ਨੇਤਰਾਂ 'ਚੋਂ ਜਲ ਵਗਦਾ ਸਿੱਖਾਂ ਦੇ। ਵਿਰਾਗ ਨਾਲ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਹੈ ਜਿਹੜੀ, ਉਹ ਜੁੜੀ ਹੋਈ ਹੈ। ਤੇ ਮਨ ਕਰਕੇ ਸਿੱਖ ਵਿਰਾਗੀ ਹੁੰਦੇ। ਨੇਤਰਾਂ ਦੇ ਵਿੱਚੋਂ ਸਿੱਖਾਂ ਦੇ ਪਾਣੀ ਕਿਰਦਾ ਜਾਂਦਾ ਹੈ। ਜਾਤ ਭਏ ਪੁਰ ਕੀਰਤ ਮੈਂ। ਤੁਰਦੀ ਹੋਈ ਸਿੱਖ ਸੰਗਤ ਖਾਲਸਾ ਜੀ, ਜਿੱਥੇ ਕੀਰਤਪੁਰ ਸਾਹਿਬ ਹੈ ਨਾ, ਆਨੰਦਪੁਰ ਸਾਹਿਬ ਤੋਂ 5-6 ਕੋਹ ਹੈ, ਲਾਗੇ ਹੀ ਹੈ। ਤੇ ਪੈਦਲ ਤੁਰ ਕੇ ਗੁਰੂ ਕਲਗੀਧਰ ਸਾਹਿਬ ਜੀ ਵੀ ਆਪ ਗਏ ਹੈ। ਤੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸਭ ਸੰਗਤਾਂ ਪਹੁੰਚ ਗਈਆਂ ਹਨ। ਗੁਰ ਕੀਰਤ ਕੋ ਬਰਨੈ ਸਮੁਦਾਈ। ਸਭ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਕਰਦੀਆਂ। ਮਹਾਰਾਜ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਗੁਣ ਹੈ, ਉਹ ਇੱਕ ਦੂਜੇ ਨਾਲ ਸਿੱਖ ਵਿਚਾਰਾਂ ਕਰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਸਨ, ਮਹਾਰਾਜ ਜੀ ਇੱਦਾਂ। ਉਹ ਸਾਰੀਆਂ ਮਹਾਰਾਜ ਦੀਆਂ ਵਡਿਆਈਆਂ ਸਿੱਖ ਇੱਕ ਦੂਜੇ ਨਾਲ ਗੱਲਾਂ ਕਰਦੇ ਆ। ਜਹਾਂ ਸੀਸ ਲੀਏ ਗੁਰ ਕੋ ਸਿੱਖ ਥੋ। ਇੱਧਰ ਭਾਈ ਜੈਤਾ ਜੀ ਆ ਚੁੱਕੇ ਆ ਕੀਰਤਪੁਰ ਸਾਹਿਬ, ਤੇ ਜਿੱਥੇ ਭਾਈ ਜੈਤਾ ਜੀ ਠਹਿਰੇ ਹੋਏ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕਰਕੇ ਪੁਰ ਤੇ ਪਰ ਬਾਹਰ ਜਾਤ ਭਏ। ਤੇ ਉਹ ਨਗਰ ਦੇ ਬਾਹਰ ਉਦੋਂ, ਹੁਣ ਤਾਂ ਵਿੱਚ ਹੀ ਆ ਗਿਆ ਉਹ ਸਥਾਨ ਵੀ। ਮਹਾਰਾਜ ਦਾ ਸੀਸ ਜਿੱਥੇ ਪਹਿਲਾਂ ਆਇਆ ਸੀ ਕੀਰਤਪੁਰ ਸਾਹਿਬ, ਉਦੋਂ ਕੀਰਤਪੁਰ ਸਾਹਿਬ ਦੀ ਵਸੋਂ ਇੰਨੀ ਨਹੀਂ ਹੈ ਸੀ ਜਿੰਨੀ ਹੁਣ ਹੈ। ਇਸ ਕਰਕੇ ਉਦੋਂ ਬਾਹਰ ਸੀ ਨਗਰ ਦੇ।
ਤਾਂ ਜਿੱਥੇ ਮਹਾਰਾਜ ਦਾ ਸੀਸ ਲਿਆ ਕੇ ਰੱਖਿਆ, ਸੁਭਾਏਮਾਨ ਕੀਤਾ ਹੈ ਭਾਈ ਜੈਤੇ ਨੇ, ਸਾਰੀਆਂ ਸਿੱਖ ਸੰਗਤਾਂ ਦੇ ਗੁਰੂ ਕਲਗੀਧਰ ਸਾਹਿਬ ਜੀ ਉਸ ਅਸਥਾਨ ਤੇ ਪਹੁੰਚ ਗਏ ਹਨ। ਨਰ ਨਾਰਿਨ ਸਰੋਹਨ ਸੁਨਿਓ ਸਭ ਕਾਰਨ। ਸਭ ਦੇ ਕੰਨਾਂ ਵਿੱਚ ਇਹ ਗੱਲ ਪਤਾ ਲੱਗ ਗਈ ਹੈ ਵੀ ਗੁਰੂ ਕੀਰਤਪੁਰ ਸਾਹਿਬ ਦੀ ਸੰਗਤ ਨੂੰ ਵੀ ਪਤਾ ਲੱਗ ਗਿਆ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਹੈ ਤੇ ਗੁਰੂਦੇਵ ਦਾ ਸੀਸ ਜਿਹੜਾ ਇੱਥੇ ਕੀਰਤਪੁਰ ਸਾਹਿਬ ਆ ਗਿਆ ਹੈ। ਦਾਰੁਨ ਸੰਕਟ ਸ਼ੋਕ ਭਏ। ਸਾਰੀਆਂ ਸੰਗਤਾਂ ਬੜੇ ਭਿਆਨਕ ਸੰਕਟ ਵਿੱਚ ਪੈ ਗਈਆਂ, ਬੜਾ ਸੰਗਤਾਂ ਨੂੰ ਦੁੱਖ ਪ੍ਰਾਪਤ ਹੋ ਰਿਹਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਾ ਸ਼ਰੀਕਾ ਅਸਲ 'ਚ ਕੀਰਤਪੁਰ ਸਾਹਿਬ ਹੀ ਰਹਿੰਦਾ ਸੀ। ਮਹਾਰਾਜ ਦੇ ਭਰਾ ਤੇ ਅੰਸ ਬੰਸ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪਰਿਵਾਰ, ਉਹ ਸਾਰਾ ਪਰਿਵਾਰ ਜਿਹੜਾ ਸੀ ਨਾ ਉਹ ਇੱਥੇ ਹੀ ਰਹਿ ਰਿਹਾ ਸੀਗਾ। ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੇ ਸ਼ਰੀਕਾ ਆ, ਗੁਰੂ ਹਰਗੋਬਿੰਦ ਸਾਹਿਬ ਦੇ ਹੋਰ ਸਾਹਿਬਜ਼ਾਦਿਆਂ ਦੇ ਪਰਿਵਾਰ, ਤੋ ਇਸ ਕਰਕੇ ਉਹ ਸਾਰੇ ਸ਼ਰੀਕੇ ਨੂੰ ਪਤਾ ਲੱਗਾ, ਸੋਢੀਆਂ ਨੂੰ, ਤੇ ਜਿਹੜੇ ਪ੍ਰੇਮ ਵਾਲੇ ਜਿਵੇਂ ਸੂਰਜਮਲ ਦੇ ਪੋਤਰੇ ਸ਼ਾਮ ਰਾਏ, ਗੁਲਾਬ ਰਾਏ, ਇਹਨਾਂ ਨੇ ਬੜਾ ਭਾਰੀ ਦੁੱਖ ਮਨਾਇਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪਤਾ ਲੱਗਿਆ ਤੇ ਬੜੇ ਵਿਰਾਗੀ ਹੋਏ ਪਹੁੰਚੇ ਹਨ। ਹਾਹਾਕਾਰ ਉਚਾਰਤ ਹੋਤ ਦੁਖਾਰਤ। ਸਾਰੇ ਪਾਸੇ ਹਾਹਾਕਾਰ ਮਚ ਚੁੱਕੀ ਹੈ। ਕੀਰਤਪੁਰ ਸਾਹਿਬ ਤੋਂ ਇਲਾਵਾ ਲਾਗੇ ਦੀਆਂ ਰੋਪੜ ਦੀਆਂ ਸੰਗਤਾਂ ਸਾਰੀਆਂ ਕੀਰਤਪੁਰ ਸਾਹਿਬ ਪਹੁੰਚਣ ਲੱਗ ਪਈਆਂ ਹਨ। ਜਾਏ ਮਿਲੇ ਸਭ ਦੁਖ ਲਏ। ਸਾਰੇ ਜਾ ਕੇ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਮਿਲੇ ਹਨ। ਤਤਕਾਲ ਬਿਮਾਨ ਕੇ ਬੀਚ ਟਿਕਾਏ। ਤੇ ਉਹ ਜਿੱਥੇ ਭਾਈ ਜੈਤਾ ਦੀ ਸੀਸ ਲੈ ਕੇ ਆਏ ਉੱਥੇ ਪਹੁੰਚੀ ਸਾਰੀ ਸੰਗਤ। ਗੁਰੂ ਕਲਗੀਧਰ ਸਾਹਿਬ ਨੇ ਗੁਰੂ ਪਿਤਾ ਦੇ ਸੀਸ ਨੂੰ ਵੇਖਿਆ ਤੇ ਦਰਸ਼ਨ ਕੀਤੇ, ਭਾਈ ਜੈਤੇ ਨੇ ਕਰਵਾਏ ਤੇ ਗੁਰੂਦੇਵ ਮਹਾਰਾਜ ਨੇ ਸੀਸ ਝੁਕਾਇਆ ਤੇ ਨਮਸਕਾਰ ਕੀਤੀ। ਗੁਰੂ ਪਿਤਾ ਮਹਾਰਾਜ ਦੇ ਸੀਸ ਨੂੰ ਛਾਤੀ ਨਾਲ ਲਾਇਆ ਗੁਰੂ ਕਲਗੀਧਰ ਸਾਹਿਬ ਨੇ, ਤੇ ਫਿਰ ਸੁਭਾਏਮਾਨ ਕਰਕੇ ਸੋਖਾਸਣ ਤੇ ਪਾਲਕੀ ਸਾਹਿਬ ਦੇ ਵਿੱਚ ਟਿਕਾ ਦਿੱਤਾ ਹੈ ਜੀ। ਉਠਾਈ ਸਮੂਹ ਨਮੋ ਸੋ ਕਈ। ਤੇ ਫਿਰ ਉਸ ਪਾਲਕੀ ਸਾਹਿਬ ਸਿੱਖਾਂ ਚੁੱਕ ਲਈ। ਗੁਰੂ ਕਲਗੀਧਰ ਸਾਹਿਬ ਨੇ ਆਪ ਮੋਢਾ ਲਾਇਆ ਪਾਲਕੀ ਸਾਹਿਬ ਨੂੰ, ਨੰਗੇ ਪੈਰੀਂ ਸਿੱਖ ਪਾਲਕੀ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸੁਭਾਏਮਾਨ ਕਰਕੇ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਏ ਹਨ। ਚੌਰ ਢੁਰੈ ਚਹੁ ਓਰਨ ਤੇ। ਚਾਰ ਚਫੇਰਿਓਂ ਚੌਰ ਸਾਹਿਬ ਸਿੱਖ ਸੰਗਤਾਂ ਕਰਦੀਆਂ ਗੁਰੂਦੇਵ ਦੇ ਸੀਸ ਨੂੰ। ਬਹੁ ਮੁੱਲਨ ਕੇ ਗਨ ਪਾਏ ਦੁਸ਼ਾਲੇ। ਤੇ ਸੰਗਤਾਂ ਦੁਸ਼ਾਲੇ ਲੈ ਲੈ ਆਉਂਦੀਆਂ ਜਿਹੜੇ ਮਹਾਰਾਜ ਦਾ ਸੀਸ ਦੇ ਉੱਪਰ ਪਾਏ ਜਾ ਰਹੇ, ਬਹੁਤ ਕੀਮਤੀ ਦੁਸ਼ਾਲੇ ਬਸਤਰ। ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਦੋਂ ਇਹ ਪਾਲਕੀ ਸਾਹਿਬ ਜਾ ਰਿਹਾ ਸੀਸ ਵਾਲਾ, ਤੇ ਸੰਗਤਾਂ ਪਾਲਕੀ ਸਾਹਿਬ ਦੇ ਉੱਪਰ ਦੁਸ਼ਾਲੇ ਦਿੰਦੀਆਂ। ਕੋਈ ਸੰਗਤਾਂ ਮਹਾਰਾਜ ਦੇ ਸੀਸ ਉੱਪਰ ਚੜਾਵਾ ਚੜਾ ਰਹੀਆਂ ਹਨ। ਕੋ ਸਿਰਕਾਵ ਗੁਲਾਬ ਅਜਾਬ ਤੇ। ਕਈ ਗੁਲਾਬ ਜਲ ਲੈ ਲੈ ਕੇ ਤੇ ਛਟਾ ਦੇ ਰਹੇ ਆ ਪਾਲਕੀ ਸਾਹਿਬ ਦੇ ਉੱਪਰ ਦੀ। ਗੂੰਦ ਵਿਸਾਲ ਹੀ ਮਾਲਨ ਡਾਲੇ। ਕਈ ਸਿੱਖ ਮਾਲਾ ਗੁੰਦ ਗੁੰਦ ਕੇ ਨਾ ਫੁੱਲਾਂ ਦੀਆਂ ਤੇ ਵੱਡੇ ਵੱਡੇ ਹਾਰ ਬਣਾਏ ਹੋਏ ਆ, ਤੇ ਜਦੋਂ ਪਾਲਕੀ ਸਾਹਿਬ ਤੁਰੀ ਮਹਾਰਾਜ ਦੀ, ਤੇ ਪਾਲਕੀ ਸਾਹਿਬ ਦੇ ਉੱਪਰ ਦੀ ਮਹਾਰਾਜ ਦੇ ਸੀਸ ਦੇ ਉੱਪਰ ਦੀ ਫੁੱਲਾਂ ਦੀਆਂ ਮਾਲਾਂ ਹੀ ਮਾਲਾਂ, ਐਨ ਪਾਲਕੀ ਸਾਹਿਬ ਫੁੱਲਾਂ ਦੀਆਂ ਮਾਲਾਂ ਦੇ ਨਾਲ ਇਦਾਂ ਲੱਦਿਆ ਹੋਇਆ ਹੈ। ਪੁੰਜ ਸੁਗੰਧਿਨ ਸੀਂਚਤ ਹੈ। ਕੇਵੜੇ ਦਾ ਰਸ ਚੰਦਨ ਪੀ ਪੀ ਛਿੜਕਿਆ ਜਾ ਰਿਹਾ, ਕੇਸਰ ਘਸਾ ਘਸਾ ਕੇ ਧੁਖਾਇਆ ਜਾ ਰਿਹਾ, ਧੂਫਾਂ ਧੁਖਾਈਆਂ ਜਾ ਰਹੀਆਂ, ਬੜੀ ਭਾਰੀ ਸੁਗੰਧੀ ਛਿੜਕੀ ਜਾ ਰਹੀ ਹੈ ਜੀ। ਮਹਿਕਾਰ ਉਠਿਓ ਇਮ ਅਗਰਿਆ ਚਾਲੇ। ਤੇ ਮਹਿਕਾਂ ਆ ਗਈਆਂ, ਸਾਰਾ ਕੀਰਤਪੁਰ ਸਾਹਿਬ ਹੀ, ਧਰਤੀ ਮੰਡਲ ਹੀ ਸਾਰਾ ਮਹਿਕ ਉੱਠਿਆ ਹੈ ਖੁਸ਼ਬੂ ਦੇ ਨਾਲ। ਇੱਦਾਂ ਸ਼ਬਦ ਕੀਰਤਨ ਹੁੰਦਾ ਤੇ ਪਾਲਕੀ ਸਾਹਿਬ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਵੱਧ ਰਿਹਾ ਹੈ। ਗਾਵਤ ਰਾਗਨ ਸ੍ਰੀ ਗੁਰ ਬਾਕਨ। ਗੁਰੂ ਕੇ ਰਾਗੀ ਸਿੱਖ ਗੁਰੂ ਕੀ ਬਾਣੀ ਗਾਉਂਦੇ ਐ, ਰਾਗਾਂ ਦੇ ਵਿੱਚ ਕੀਰਤਨ ਕਰ ਰਹੇ ਹਨ। ਬ੍ਰਿੰਦ ਮ੍ਰਿਦੰਗ ਰਬਾਬਨ ਨਾਲੇ। ਤੇ ਭਾਰੀ ਰਬਾਬਾਂ ਵਜਾਉਂਦੇ ਐ, ਕਿਤੇ ਮਰਦੰਗ ਢੋਲਕੀ ਵੱਜਦੀ ਹੈ, ਸਰੰਦਾ ਕੀਰਤਨ ਹੁੰਦਾ ਹੈ। ਮਾਰੂ ਮਿਲੇ ਵਡ ਹੰਸ ਕੋ ਗਾਵਤ। ਮਾਰੂ ਰਾਗ ਦੇ ਸ਼ਬਦ ਤੇ ਮਾਰੂ ਰਾਗ ਚ ਮਿਲਾ ਕੇ ਵਡਹੰਸ ਰਾਗ ਦੇ ਸ਼ਬਦ ਗਾਏ ਜਾ ਰਹੇ ਹਨ। ਦੇਹ ਜਿਨ ਘੋੜੀ ਜੀ ਇਤਿਆਦਿਕ ਸ਼ਬਦ ਗਾਏ ਜਾ ਰਹੇ ਹਨ ਜੀ। ਲਾਵਤ ਪੌੜੀ ਥਿਰੰਤ ਅਗਾਰੀ। ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੂ ਇਤਿਆਦਿਕ ਵਡਹੰਸ ਦੇ ਸ਼ਬਦ ਪੌੜੀਆਂ
ਅੱਗੇ ਅੱਗੇ ਗਾਈਆਂ ਜਾ ਰਹੀਆਂ ਕੀਰਤਨੀ ਸਿੱਖਾਂ ਵੱਲੋਂ। ਲੈ ਧਨ ਕੋ ਗਮਨੈ ਪੁਰ ਪੰਥ। ਤੇ ਸੰਗਤਾਂ ਰਾਗੀ ਸਿੱਖਾਂ ਨੂੰ ਮਾਇਆ ਦੇ ਰਹੀਆਂ, ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੀਆਂ, ਪਾਲਕੀ ਸਾਹਿਬ ਨੂੰ ਮੱਥਾ ਟੇਕਦੀਆਂ ਭੇਟਾ, ਤੇ ਨਾਲੇ ਸੰਗਤਾਂ ਕੀਰਤਨੀਏ ਸਿੱਖਾਂ ਨੂੰ ਮਾਇਆ ਦੇ ਦੇ ਕੇ ਅੱਗੇ ਤੁਰੀਆਂ ਜਾਂਦੀਆਂ ਹਨ। ਵਿਮਾਨ ਕੇ ਉਪਰ ਕੋ ਭੰਡਾਰੀ। ਕਈ ਮਾਇਆ ਭਰ ਭਰ ਕੇ ਬੁੱਕਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਲਕੀ ਸਾਹਿਬ ਦੇ ਉੱਪਰੋਂ ਦੀ ਛੱਟਾ ਦਿੰਦੇ ਆ। ਖੁੱਲੀ ਮਾਇਆ ਮਹਾਰਾਜ ਦੇ ਪਾਲਕੀ ਸਾਹਿਬ ਦੇ ਉੱਪਰ ਜਿਹੜੀ ਆ ਛਿੜਕਾ ਕੀਤਾ ਜਾ ਰਿਹਾ ਹੈ, ਚੜਾਈ ਜਾ ਰਹੀ ਹੈ। ਕੰਚਨ ਫੂਲ ਸੋ ਲਾਜ ਬਿਖੇਰਾ। ਫਿਰ ਇੱਥੋਂ ਤੀਕਰ ਕੇ ਸੋਨੇ ਦੇ ਬਣੇ ਹੋਏ ਫੁੱਲ ਜਿਹੜੇ ਹੁੰਦੇ ਆ, ਸੋਨੇ ਦੇ ਬਣੇ ਹੋਏ ਫੁੱਲ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਉੱਪਰੋਂ ਦੀ ਵਾਰੇ ਜਾ ਰਹੇ ਆ। ਹੇਰਤ ਸ਼ੋਕ ਕਰੈ ਨਰ ਨਾਰੀ। ਤੇ ਸੰਗਤਾਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਦਰਸ਼ਨ ਸੰਗਤ ਨੂੰ ਹੁੰਦੇ ਜਾਂਦੇ ਆ, ਜਿਹੜਾ ਮਹਾਰਾਜ ਦੇ ਸੀਸ ਦੇ ਸਰੂਪ ਦੇ ਦਰਸ਼ਨ ਕਰਦਾ ਹੈ ਤੇ ਮਹਾਰਾਜ ਦਾ ਸਰੂਪ ਵੇਖ ਕੇ ਬੜਾ ਵੈਰਾਗੀ ਹੁੰਦਾ ਹੈ, ਨੇਤਰਾਂ ਚੋਂ ਜਲ ਡੇਗਦਾ ਹੈ। ਕੇਤਿਕ ਸੇਵਕ ਲੈ ਧਨ ਕੋ ਗਨ। ਏਦਾਂ ਖਾਲਸਾ ਜੀ ਸੰਗਤਾਂ ਬਹੁਤ ਆ ਰਹੀਆਂ, ਜਿਵੇਂ ਜਿਵੇਂ ਪਤਾ ਲੱਗ ਰਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਅਨੰਦਪੁਰ ਸਾਹਿਬ ਆ ਰਿਹਾ ਹੈ ਤੇ ਪਾਲਕੀ ਸਾਹਿਬ ਕੀਰਤਪੁਰ ਸਾਹਿਬ ਤੋਂ ਚਾਲਾ ਪਾ ਚੁੱਕੀ ਹੈ। ਸੰਗਤਾਂ ਫਿਰ ਅੱਗੋਂ ਦੀ ਲੈਣ ਵਾਸਤੇ ਜਿਵੇਂ ਜਿਵੇਂ ਪਤਾ ਲੱਗਦਾ ਹੈ, ਕੋਈ ਭੇਟਾ ਲੈ ਕੇ, ਕੋਈ ਮਾਇਆ ਲੈ ਕੇ, ਕੋਈ ਬਸਤਰ ਲੈ ਕੇ, ਸੋਨਾ ਚਾਂਦੀ ਲੈ ਲੈ ਕੇ ਗੁਰੂ ਦੇਵ ਦੇ ਬਬਾਨ ਦੇ ਅੱਗੋਂ ਦੀ ਪਹੁੰਚ ਰਹੇ ਹੈ। ਕੈ ਬਰਖਾ ਬਹੁ ਮੂਠਨ ਡਾਰੀ। ਤੇ ਕਈ ਮਾਇਆ ਤੇ ਸੋਨੇ ਚਾਂਦੀ ਦੀ ਵਰਖਾ ਜਿਹੜੀ ਹੈ ਮੁੱਠਾਂ ਭਰ ਭਰ ਕੇ ਗੁਰੂ ਸਾਹਿਬ ਦੀ ਪਾਲਕੀ ਉੱਪਰੋਂ ਦੀ ਵਾਰਦੇ ਹੈ। ਮੰਦ ਹੀ ਮੰਦ ਆਨੰਦਪੁਰੇ ਕਹੋ। ਤੇ ਬਹੁਤ ਹੌਲੀ ਹੌਲੀ ਪਾਲਕੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲੀ ਆ ਰਹੀ ਹੈ ਜੀ। ਆਵਤ ਸ਼ੋਕ ਬਿਲੰਦ ਉਪਾਏ। ਤੇ ਸ਼ੋਕ ਬੜਾ, ਜਿਵੇਂ ਜਿਵੇਂ ਅਨੰਦਪੁਰ ਸਾਹਿਬ ਲਾਗੇ ਆ ਰਿਹਾ ਹੈ ਉਵੇਂ ਉਵੇਂ ਸੰਗਤਾਂ ਦੇ ਨੇਤਰਾਂ ਦੇ ਵਿੱਚੋਂ ਵੱਧ ਵਿਰਾਗ ਤੇ ਵੱਧ ਪਾਣੀ ਡਿੱਗ ਰਿਹਾ ਹੈ ਜੀ। ਬ੍ਰਿੰਦ ਮਸੰਦਨ ਸੇਵਕ ਸਿੱਖ। ਬਹੁਤ ਮਸੰਦ ਆਏ ਹੋਏ ਹੈ, ਜਿਨ੍ਹਾਂ ਦੇ ਨਾਲ ਬੜੀਆਂ ਸਿੱਖ ਸੰਗਤਾਂ ਕਾਬਲ ਤੋਂ, ਕੰਧਾਰ ਤੋਂ, ਦਿੱਲੀ ਤੋਂ, ਹੋਰ ਕਸ਼ਮੀਰ ਆਦਿਕ ਮੁਲਤਾਨ ਤੋਂ ਬੜੇ ਦੂਰੋਂ ਦੂਰੋਂ ਮਾਲਵੇ ਮਾਝੇ ਦੁਆਬੇ ਦੀਆਂ ਸੰਗਤਾਂ ਆਈਆਂ ਹੋਈਆਂ ਹਨ। ਬਿਮਾਨ ਚਹੂ ਦਿਸ ਹੋਇ ਗਮਨਾਏ। ਤੇ ਚਾਰ ਚਫੇਰੇ ਸੰਗਤਾਂ ਦਾ ਇਕੱਠ ਹੈ, ਵਿਚਕਾਰ ਪਾਲਕੀ ਸਾਹਿਬ ਵਿੱਚ ਸੀਸ ਹੈ ਗੁਰੂ ਦੇਵ ਦਾ, ਤੇ ਲੱਖਾਂ ਦੀ ਗਿਣਤੀ ਵਿੱਚ ਇਕੱਠ, ਕਿਤੇ ਤਿਲ ਮਾਰਿਆ ਪੁੰਜੇ ਨਹੀਂ ਡਿੱਗਦਾ, ਇੰਨੀ ਖਲਕਤ ਇਕੱਠੀ ਹੋਈ ਸਿੱਖ ਸੰਗਤ। ਹੌਲੀ ਹੌਲੀ ਕੀੜੀ ਦੀ ਚਾਲ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਅਨੰਦਪੁਰ ਸਾਹਿਬ ਆ ਰਹੀ ਹੈ ਜੀ। ਸੰਖਨ ਸੋਹਰ ਸਜੋਰ ਕਰੈ। ਸ਼ੰਖ ਵੱਜਦੇ ਆ, ਨਰਸਿੰਗੇ ਵਜਾਏ ਜਾ ਰਹੇ, ਬੜਾ ਸ਼ੋਰ ਹੋ ਰਿਹਾ, ਬਹੁਤ ਭਾਰੀ ਸ਼ੰਖਾਂ ਦੀ ਆਵਾਜ਼ ਆ ਰਹੀ ਹੈ। ਤੁਰਕੇਸ਼ਵਰ ਸਰਾਪ ਹੈ ਗਾਰ ਅਲਾਏ। ਤੇ ਸਤਿਗੁਰਾਂ ਦਾ ਸ਼ਹੀਦੀ ਸਾਕਾ ਸੁਣ ਕੇ ਜਿਹੜੇ ਸਿੱਖ ਹੈ ਉਹ ਨਾਲੇ ਨਾ ਔਰੰਗਜ਼ੇਬ ਨੂੰ ਬੜਾ ਸਰਾਪ ਦਿੰਦੇ ਆ, ਬੜੇ ਭੈੜੇ ਸ਼ਬਦ, ਔਰੰਗਜ਼ੇਬ ਤੇਰੀ ਕੁੱਲ ਨਾਸ਼ ਹੋ ਜਾਓ, ਤੇਰਾ ਰਵੇ ਹੀ ਕੱਖ ਨਾ। ਕੀ ਲੋੜ ਪਈ ਸੀ ਉਹ ਗੁਰੂ ਦੇਵ ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਇੱਦਾਂ ਸੰਗਤਾਂ ਗੁਰੂ ਦੇਵ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਵੇਂਦੀਆਂ ਤੇ ਔਰੰਗਜ਼ੇਬ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਦਸੀਸਾਂ ਦਿੰਦੀਆਂ ਹਨ। ਸਾਗਰ ਖਾਰ ਪਰੀ ਜਰ ਜਾਏ। ਕਹਿੰਦੇ ਔਰੰਗਿਆ ਪਾਪੀਆ ਤੇਰੀ ਕੁੱਲ ਨਾਸ਼ ਹੋ ਜਾਏ, ਤੇਰੀ ਜੜ ਜਿਹੜੀ ਨਾ ਉਹ ਖਾਰੇ ਸਾਗਰ ਵਿੱਚ ਪੈ ਕੇ ਗਲ ਜਾਏਗੀ। ਕੁਪੂਤ ਭਇਓ ਕੁਲ ਰਾਜ ਨਸਾਏ। ਤੂੰ ਆਪਦੇ ਕੁੱਲ ਦੇ ਵਿੱਚੋਂ ਰਾਜ ਭਾਗ ਨਾਸ਼ ਕਰ ਬਹਿਣਾ, ਜਿਹੜਾ ਤੂੰ ਮੱਥਾ ਲਾ ਲਿਆ ਉਹ ਤੂੰ ਬਾਬਰਕਿਆਂ ਦੀ ਚਵਗੱਤਿਆਂ ਦੀ ਕੁੱਲ ਦੇ ਵਿੱਚ ਕਿਹੋ ਜਿਹਾ ਖੋਟਾ ਪੁੱਤਰ ਜੰਮ ਪਿਆ ਹੈ। ਆਏ ਸਮੀਪ ਆਨੰਦਪੁਰੇ ਜਬ। ਏਦਾਂ ਸਾਧ ਸੰਗਤ ਜੀ ਸੰਗਤਾਂ ਬੜਾ ਰੋਸ ਹੈ ਸੰਗਤਾਂ ਦੇ ਮਨ ਵਿੱਚ ਗੁਰੂ ਦੇਵ ਦੀ ਸ਼ਹੀਦੀ ਦਾ। ਚੱਲਦੀ ਚੱਲਦੀ ਸੰਗਤ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਆ ਪਹੁੰਚੀ ਹੈ। ਬਾਲਕ ਬ੍ਰਿਧ ਸੁਨਿਓ ਨਰ ਨਾਰੀ। ਹੁਣ ਅਨੰਦਪੁਰ ਸਾਹਿਬ ਦੇ ਬੱਚਿਆਂ ਨੂੰ, ਬਜ਼ੁਰਗ ਜਿਹੜੇ ਨਹੀਂ ਜਾ ਸਕਦੇ ਸੀ ਕੀਰਤਪੁਰ ਸਾਹਿਬ, ਉਹਨਾਂ ਨੂੰ ਪਤਾ ਲੱਗਿਆ, ਮਾਤਾਵਾਂ ਮਾਈਆਂ ਨੂੰ ਪਤਾ ਲੱਗਿਆ ਵੀ ਮਹਾਰਾਜ ਦੀ ਪਾਲਕੀ ਸਾਹਿਬ ਸੀਸ ਵਾਲੀ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਆਈ ਹੈ। ਸ੍ਰੀ ਗੁਜਰੀ ਤਜ ਮੰਦਰ ਕੋ। ਮਾਤਾ ਗੁਜਰ ਕੌਰ ਜੀ ਨੂੰ ਸਿੱਖਾਂ ਜਾ ਕੇ ਬੇਨਤੀ ਕੀਤੀ, ਮਾਤਾ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਰੂਪ ਵਾਲੀ ਪਾਲਕੀ ਸਾਹਿਬ ਆ ਗਈ ਹੈ।
ਆਨੰਦਪੁਰ ਸਾਹਿਬ ਦੇ ਲਾਗੇ। ਜਦੋਂ ਮਾਤਾ ਗੁਜਰ ਕੌਰ ਜੀ ਨੇ ਸੁਣਿਆ ਹੈ ਨਿਕਸੀ ਪੁਰ ਤੇ ਮਿਲਬੇ ਅਗਵਾਰੀ। ਤੇ ਆਪਣੇ ਮਹਿਲਾਂ ਨੂੰ ਛੱਡ ਕੇ ਮਾਤਾ ਜੀ ਨਗਰ ਤੋਂ ਬਾਰ-ਬਾਰ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਰੂਪ ਦਾ ਦਰਸ਼ਨ ਕਰਨ ਵਾਸਤੇ ਧੰਨ ਮਾਤਾ ਗੁਜਰ ਕੌਰ ਜੀ ਨਗਰ ਤੋਂ ਬਾਰ-ਬਾਰ ਆ ਖੜੇ ਹੋ ਗਏ ਹਨ। ਨਾਨਕੀ ਮਾਤ ਟਿਕਾਏ ਰਖੀ। ਤੇ ਮਾਤਾ ਨਾਨਕੀ ਜੀ ਨੂੰ ਇੱਕ ਵਾਰੀ ਨਾਂ ਦੱਸਿਆ, ਕਿਉਂਕਿ ਉਮਰ ਬਿਰਧ ਸੀ ਮਾਤਾ ਨਾਨਕੀ ਜੀ ਦੀ, ਤੇ ਮਾਤਾ ਜੀ ਨੂੰ ਇੱਕ ਵਾਰੀ ਘਰ ਵਿੱਚ ਹੀ ਰੱਖਿਆ ਵੀ ਦੱਸਿਆ ਨਾ ਆ ਜਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਸੀਸ ਆ ਗਿਆ। ਤੇ ਮਾਤਾ ਗੁਜਰ ਕੌਰ ਜੀ ਖੁਦ ਸੰਗਤਾਂ ਨੂੰ ਨਾਲ ਲੈ ਕੇ ਤੇ ਆਪ ਨਗਰ ਦੇ ਬਾਰ-ਬਾਰ ਜਾ ਪਹੁੰਚੇ ਹਨ। ਬਲਹੀਨ ਬ੍ਰਿਧਾ ਲਹ ਸੰਕਟ ਭਾਰੀ। ਸੰਗਤ ਨੇ ਮਾਤਾ ਨੇ ਜਾਣਿਆ ਵੀ ਜੇ ਮਾਤਾ ਨਾਨਕੀ ਨੂੰ ਦੱਸਿਆ ਤੇ ਮਾਤਾ ਨਾਨਕੀ ਜੀ ਹੁਣ ਉਮਰ ਬੜੀ ਹੋ ਚੁੱਕੀ ਤੇ ਐਵੇਂ ਕਿੰਨੀ ਦੂਰ ਅੱਗੋਂ ਜਾਣਾ ਔਖਾ, ਦੁਖੀ ਹੋਣਗੇ, ਤੇ ਜਦੋਂ ਇੱਥੇ ਹੀ ਆਉਣਾ ਮਹਾਰਾਜ ਦੇ ਸਰੀਰ ਸਰੂਪ ਨੇ ਉਦੋਂ ਦੱਸਾਂਗੇ। ਤਾਂ ਮਾਤਾ ਨਾਨਕੀ ਜੀ ਨੂੰ ਪਤਾ ਤਾਂ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ, ਪਰ ਇਹ ਨਹੀਂ ਦੱਸਿਆ ਵੀ ਹੁਣ ਵੀ ਸਰੂਪ ਇੱਥੇ ਆਨੰਦਪੁਰ ਸਾਹਿਬ ਆ ਗਿਆ। ਤੇ ਇੱਦਾਂ ਮਾਤਾ ਗੁਜਰ ਕੌਰ ਨੂੰ ਦੱਸ ਦਿੱਤਾ ਗਿਆ ਤੇ ਮਾਤਾ ਗੁਜਰ ਕੌਰ ਦੀ ਸੰਗਤਾਂ ਨੂੰ ਲੈ ਕੇ ਨਗਰ ਦੇ ਬਾਰ-ਬਾਰ ਜਾ ਕਰਕੇ ਖੜੇ ਹੋ ਗਏ ਹਨ। ਔਰ ਸਭ ਹੈ ਨਿਕਸੇ ਉਤਲਾਵਤ। ਹੋਰ ਵੀ ਸਿੱਖ ਸੰਗਤਾਂ ਬੜੀ ਕਾਹਲੀ ਨਾਲ ਆਨੰਦਪੁਰ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਆ ਖੜੇ ਹੋਏ ਐ। ਹਾਹਾਕਾਰ ਅਜੋਗ ਵਿਚਾਰੀ। ਬੜੀ ਅਜੋਗ ਦੀ ਗੱਲ ਜਾਣ ਕੇ ਤੇ ਹਾਹਾਕਾਰ ਮੱਚੀ ਹੋਈ ਹੈ, ਬਹੁਤ ਭਾਰੀ ਰੌਲਾ ਪਿਆ ਹੋਇਆ ਹੈ। ਦੇਖ ਬਿਮਾਨ ਮਹਾਨ ਪ੍ਰਭਾ। ਜਦੋਂ ਖਾਲਸਾ ਜੀ ਫਿਰ ਮਾਤਾ ਗੁਜਰ ਕੌਰ ਜੀ ਖੜੇ ਹੋਏ ਆ ਬਾਹਰ ਤੇ ਪਤੀ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਡੀਕਦੇ ਪਏ। ਜਦੋਂ ਮਹਾਰਾਜ ਦਾ ਫਿਰ ਪਾਲਕੀ ਸਾਹਿਬ ਆਇਆ ਗੁਰੂ ਤੇਗ ਬਹਾਦਰ ਸਾਹਿਬ ਦਾ, ਦੂਰੋਂ ਦਿਸ ਪਈਆਂ ਸੰਗਤਾਂ ਆਉਂਦੀਆਂ, ਲੱਖਾਂ ਸੰਗਤਾਂ ਦਾ ਇਕੱਠ, ਪਤਾ ਨਹੀਂ ਲੱਗਦਾ ਵੀ ਕਿੰਨੀ ਖਲਕਤ ਹੈ। ਤੇ ਉਹਦੇ ਵਿੱਚੋਂ ਗੁੰਬਦ ਤਾਂ ਉੱਪਰ ਦਿਸਦਾ ਪਾਲਕੀ ਸਾਹਿਬ ਕੱਲੀ ਦਾ, ਜਿਹਦੇ ਵਿੱਚ ਗੁਰੂ ਸਾਹਿਬ ਦਾ ਸੀਸ ਹੈ, ਤੇ ਪਾਲਕੀ ਸਾਹਿਬ ਦੇ ਉੱਪਰ ਚੌਰ ਸਾਹਿਬ ਹੁੰਦਾ ਦੀਦਾ ਆਉਂਦਾ। ਮਾਤਾ ਗੁਜਰ ਕੌਰ ਜੀ ਨੇ ਪਤੀ ਸਤਿਗੁਰਾਂ ਦਾ ਸੀਸ ਪਾਲਕੀ ਸਾਹਿਬ ਆਉਂਦਾ ਵੇਖਿਆ ਤੇ ਦੂਰੋਂ ਮਾਤਾ ਜੀ ਨੇ ਹੱਥ ਜੋੜ ਲਏ, ਖੜ ਗਏ ਹਨ। ਬੜੀ ਸੋਭਾ ਧੰਨ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਦੀ। ਪਤ ਕੇ ਸਿਮਰੰਤ ਹਿਰਦੇ ਗੁਣ ਭਾਰੀ। ਤੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣਾਂ ਨੂੰ ਮਾਤਾ ਜੀ ਹਿਰਦੇ ਵਿੱਚ ਬੜਾ ਭਾਰੀ ਵਿਚਾਰਨ ਲੱਗੇ ਐ। ਰਾਵਰ ਨੰਦਨ ਬੈਸ ਬਿਲੰਦਨਾ। ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਅਜੇ ਤਾਂ ਤੁਹਾਡੇ ਪੁੱਤਰ ਦੀ ਉਮਰ ਵੀ ਬਹੁਤੀ ਨਹੀਂ ਹੈ। ਤੁਹਾਡੇ ਸਾਹਿਬਜ਼ਾਦੇ ਕਲਗੀਧਰ ਦੀ ਉਮਰ ਮਸਾਂ 10-11 ਵਰਿਆਂ ਦੀ ਹੈ ਸੱਚੇ ਪਾਤਸ਼ਾਹ ਜੀ, ਤੇ ਇੰਨੀ ਛੋਟੀ ਉਮਰ ਵਿੱਚ ਸਾਹਿਬਜ਼ਾਦੇ ਨੂੰ ਤੇ ਸਾਨੂੰ ਕੱਲਿਆਂ ਛੱਡ ਕੇ ਆਪ ਜੀ ਕਿੱਧਰ ਵਿਛੋੜਾ ਦੇ ਗਏ ਹੋ ਜੀ। ਮਾਤ ਬ੍ਰਿਧਾ ਬਹੁ ਸੰਕਟ ਧਾਰੀ। ਮਹਾਰਾਜ ਤੁਹਾਡੀ ਮਾਤਾ ਨਾਨਕੀ ਜੀ, ਜਿਨ੍ਹਾਂ ਦੀ ਉਮਰ ਕਿੰਨੇ ਵਰੇ ਹੋ ਚੁੱਕੀ, 100 ਸਾਲ ਦੇ ਲਾਗੇ ਹੈ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਮਹਾਰਾਜ ਤੁਹਾਡੇ ਮਾਤਾ ਨਾਨਕੀ ਜੀ ਕਿੱਡਾ ਦੁੱਖ ਮਨਾ ਰਹੇ ਹੈ। ਮਹਾਰਾਜ ਆਪ ਜੀ ਨੂੰ ਕੀ ਦਸੀਏ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਹੋ ਜਿਹਾ ਭਾਣਾ ਵਰਤਾਇਆ, ਕਿਹੋ ਜੀ ਸਾਡੀ ਪਰਖ ਲੈਣਾ ਕੀਤੀ ਹੈ। ਅਜੇ ਪੁੱਤਰ ਵੀ ਤੁਹਾਡਾ 10 ਵਰਿਆਂ ਦਾ ਹੈ ਤੇ ਮਹਾਰਾਜ ਮਾਤਾ ਤੁਹਾਡੀ ਬਹੁਤ ਬਿਰਧ ਹੋ ਚੁੱਕੇ ਹਨ। ਇਹ ਐਡਾ ਪਹਾੜ ਜਿੱਡਾ ਦੁੱਖ ਮਹਾਰਾਜ ਅਸੀਂ ਕਿਵੇਂ ਸਹਾਰਾਂਗੇ। ਬੰਦਤ ਹਾਥਨ ਬੰਧਨ ਕੋ ਕਰ। ਇੱਦਾਂ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਜੀ ਇੱਦਾਂ ਮਨ 'ਚ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਬੇਨਤੀਆਂ ਕਰ ਰਹੇ ਹੈ ਤੇ ਸੀਸ ਨੀਵਾਂ ਕੀਤਾ, ਅੱਖਾਂ 'ਚੋਂ ਜਲ ਵਹਿੰਦਾ ਮਾਤਾ ਗੁਜਰ ਕੌਰ ਦੇ, ਤੇ ਹੱਥ ਜੋੜੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਲਕੀ ਸਾਹਿਬ ਨੂੰ ਮੱਥਾ ਟੇਕ ਰਹੇ ਹਨ। ਸੀਸ ਨਿਵਾਵਤ ਅੰਸਨ ਡਾਰੀ। ਜਦੋਂ ਸੀਸ ਝੁਕਾਉਂਦੇ ਤੇ ਨੇਤਰਾਂ ਦੇ ਵਿੱਚੋਂ ਜੜਾ ਨਾ ਆਂਸੂ ਡਾਰ ਰਹੇ ਹੈ, ਨੇਤਰਾਂ ਦੇ ਵਿੱਚੋਂ ਅਥਰੂ ਕੀਰ ਰਹੇ ਹਨ। ਲਿਆਵਤ ਭੇਤ ਸਥਾਨ ਤਬੈ। ਤੇ ਸੰਗਤਾਂ ਪਾਲਕੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਵਾਲਾ ਤੁਰਦਾ ਜਿੱਥੇ ਮਾਤਾ ਗੁਜਰ ਕੌਰ ਜੀ ਸੰਗਤਾਂ ਲੈ ਕੇ ਖੜੇ ਹੋਏ ਨਾ ਡਿਉੜੀ ਵਿੱਚ, ਤੇ ਪਾਲਕੀ ਸਾਹਿਬ ਉੱਥੇ ਲੈ ਜਾਂਦਾ ਹੈ। ਜਹ ਚੰਦਨ ਭਾਰ ਟਿਕਾਏ ਅਗਾਰੀ। ਤੇ ਉੱਥੇ ਹੁਣ ਚੰਦਨ ਦੀ ਚਿਖਾ ਟਿਕੀ ਹੋਈ ਸੀ, ਲੱਕੜਾਂ ਦਾ ਪ੍ਰਬੰਧ ਜਿਹੜਾ ਸੀ ਚੰਦਨ ਦੀਆਂ ਲੱਕੜਾਂ ਦਾ, ਹੋਰ ਸਮੱਗਰੀ ਦਾ ਸਿੱਖਾਂ ਨੇ ਪਹਿਲਾਂ ਕੀਤਾ ਹੋਇਆ ਸੀ। ਉੱਥੇ ਮਹਾਰਾਜ ਦਾ ਸਰੂਪ, ਜਿੱਥੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਕੇਸਗੜ੍ਹ ਸਾਹਿਬ ਦੇ ਲਾਗੇ ਦਿਉਰਾ, ਉੱਥੇ ਸੰਸਕਾਰ ਹੋਇਆ ਸੀ।
ਤੇ ਉੱਥੇ ਲੱਕੜਾਂ ਇਕੱਠੀਆਂ ਹੋਈਆਂ ਪਈਆਂ ਚੰਦਨ ਦੀਆਂ ਬਹੁਤ, ਉੱਥੇ ਮਹਾਰਾਜ ਦਾ ਸਰੂਪ ਲੈ ਆਂਦਾ ਹੈ। ਆਹਨ ਮਿਲੀ ਤਹ ਨਾਨਕੀ ਮਾਤ। ਤੇ ਮਾਤਾ ਗੁਜਰ ਕੌਰ ਜੀ ਨੇ ਮਹਾਰਾਜ ਦਾ ਸਰੂਪ ਦੇ ਦਰਸ਼ਨ ਕੀਤੇ। ਆਖਿਆ ਮਹਾਰਾਜ ਅਜੇ ਤਾਂ ਸਾਹਿਬਜ਼ਾਦੇ ਦੀ ਉਮਰ ਕੇਵਲ 10 ਸਾਲ ਹੈ ਤੇ ਆਪ ਜੀ ਕਿੱਡਾ ਵੱਡਾ ਵਿਛੋੜਾ ਦੇ ਗਏ ਉਹ ਗਰੀਬ ਨਵਾਜ। ਉਹਨੇ ਨੂੰ ਸਿੱਖਾਂ ਨੇ ਫਿਰ ਗੁਰੂ ਕਲਗੀਧਰ ਸਾਹਿਬ ਨੇ ਆਖਿਆ ਜਾਓ ਸਿੱਖੋ ਤੇ ਸਾਡੇ ਦਾਦੀ ਨੂੰ ਲੈ ਕੇ ਆਓ, ਦਾਦੀ ਨਾਨਕੀ ਜੀ ਨੂੰ, ਵੀ ਉਹ ਵੀ ਆਪਦੇ ਪੁੱਤਰ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਦੇ ਦਰਸ਼ਨ ਕਰ ਲੈਣ। ਸਿੱਖ ਗਏ ਤੇ ਮਾਤਾ ਜੀ ਦਾ ਸਰੀਰ ਬਿਰਧਿਆ ਨਾਨਕੀ ਦਾਦੀ ਦਾ, ਬਾਹਾਂ ਤੋਂ ਪਕੜ ਕਰਕੇ ਤੇ ਮਾਤਾ ਨਾਨਕੀ ਜੀ ਨੂੰ, ਦਾਦੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਦਾ ਜਿੱਥੇ ਪਾਲਕੀ ਸਾਹਿਬ ਸੀਸ ਹੈ ਉੱਥੇ ਲੈ ਆਂਦਾ ਹੈ। ਪੁਕਾਰਤ ਊਚੋ ਨਾਮ ਉਚਾਰੀ। ਤੇ ਮਾਤਾ ਨਾਨਕੀ ਜੀ ਉੱਚੀ ਆਵਾਜ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲੈ ਲੈ ਕੇ, ਹੇ ਸਤਿਗੁਰੂ ਤੇਗ ਬਹਾਦਰ ਪੁੱਤਰ, ਏਦਾਂ ਆਵਾਜ਼ਾਂ ਮਾਰਦੇ ਮਾਰਦੇ ਤੇ ਮਹਾਰਾਜ ਦੀ ਪਾਲਕੀ ਸਾਹਿਬ ਦੇ ਕੋਲ ਆ ਗਏ ਹਨ। ਮੋਹ ਸੁਤ ਸ਼ਾਂਤ ਸਰੂਪ ਅਨੂਪ। ਤੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਪਾਲਕੀ ਸਾਹਿਬ ਦੇ ਲਾਗੇ ਖੜੇ ਹੋਏ ਹੈ, ਦਰਸ਼ਨ ਮਹਾਰਾਜ ਆਪ ਹੀ ਕਰਾ ਰਹੇ ਆ ਮਾਤਾ ਨੂੰ। ਤੇ ਗੁਰੂ ਕਲਗੀਧਰ ਸਾਹਿਬ ਨੇ ਉਤੋਂ ਬਸਤਰ ਪਰੇ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੋਂ ਮੁਖ ਮਹਾਰਾਜ ਦਾ ਵਿਖਾਇਆ। ਮਾਤਾ ਨਾਨਕੀ ਫਿਰ ਮਾਂ ਤਾਂ ਮਾਂ ਹੀ ਹੈ ਖਾਲਸਾ ਜੀ, 9 ਮਹੀਨੇ ਪੇਟ ਪਰ ਰੱਖ ਕੇ ਫਿਰ ਉਸ ਤੋਂ ਬਾਅਦ ਜਿਹੜਾ ਮਾਵਾਂ ਬੁਰਕੀਆਂ ਦੇ ਪੁੱਤਰ ਪਾਲੇ, ਜਿੱਡੀ ਮਰਜ਼ੀ ਅਵਸਥਾ ਹੋਵੇ ਪ੍ਰੇਮ ਛਲਕ ਪੈਂਦਾ। ਤੇ ਮਾਤਾ ਨਾਨਕੀ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਵੇਖਿਆ ਤੇ ਨੇਤਰ ਮਹਾਰਾਜ ਦੇ ਬੰਦ, ਬਹੁਤ ਸੁੰਦਰ ਸਰੂਪ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ। ਤੇ ਮਾਤਾ ਨਾਨਕੀ ਜੀ ਵੇਖ ਕੇ ਤੇ ਨੇਤਰਾਂ ਚੋਂ ਜਲ ਕੇਰਦੇ ਕਹਿੰਦੇ, ਵੇ ਪੁੱਤਰ ਗੁਰੂ ਤੇਗ ਬਹਾਦਰ, ਮੇਰਾ ਪੁੱਤ ਤਾਂ ਸ਼ਾਂਤ ਸਰੂਪ ਸੀ, ਵੀ ਮੇਰੇ ਪੁੱਤਰ ਵਰਗਾ ਕਿਸੇ 'ਚ ਧੀਰਜ ਨਹੀਂ ਹੈ ਸੀ। ਮੇਰੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜਿੰਨੀ ਉਮਰ ਬਤੀਤ ਕੀਤੀ, ਸੋਡੀਆਂ ਕਿੰਨੀ ਈਰਖਾ ਕੀਤੀ, ਮੇਰੇ ਪੁੱਤਰ ਨੂੰ ਬਾਬੇ ਬਕਾਲੇ ਸ਼ੀਏ ਮਸੰਦ ਨੇ ਮੱਥੇ 'ਚ ਗੋਲੀ ਵੀ ਮਾਰੀ, ਇਹ ਧੀਰਮਲ ਨੇ ਮਰਵਾਈ ਗੋਲੀ, ਤੇ ਮੇਰੇ ਸਾਹਿਬਜ਼ਾਦੇ ਨੇ ਕਦੇ ਮੱਥੇ ਵੱਟ ਨਾ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਮੇਰੇ ਪੁੱਤਰ ਵਰਗਾ ਕਿਸੇ ਹੋਰ ਸੰਸਾਰ ਤੇ ਸਤਪੁਰਖ ਨਹੀਂ ਜੰਮਣਾ। ਇੱਦਾਂ ਮਾਤਾ ਨਾਨਕੀ ਜੀ ਨਾਲੇ ਨੇਤਰਾਂ ਚੋਂ ਜਲ ਕੇਰਦੇ ਹੈ ਤੇ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖ ਤੇ ਹੱਥ ਮਾਰ ਰਹੇ ਹਨ। ਸ੍ਰੀ ਮੁਖ ਦੇਖ ਲਵੋਂ ਇਸ ਬਾਰੀ। ਤੇ ਫਿਰ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਫਿਰ ਜਿਵੇਂ ਹਟਾਉਂਦੇ ਆ ਵੀ ਚਲੋ ਮਾਤਾ ਜੀ ਹੁਣ ਸੰਸਕਾਰ ਕਰ ਦਈਏ ਗੁਰੂ ਦੇਵ ਦਾ, ਤੇ ਮਹਾਰਾਜ ਇੱਦਾਂ ਪਿੱਛੇ ਕਰਦੇ। ਮਾਤਾ ਨਾਨਕੀ ਕਹਿੰਦੇ ਨਹੀਂ ਪੁੱਤਰ ਗੋਬਿੰਦ ਰਾਏ, ਮੈਨੂੰ ਇੱਕ ਵਾਰੀ ਮੈਨੂੰ ਧੰਨ ਗੁਰੂ ਤੇਗ ਬਹਾਦਰ ਮੇਰੇ ਸਾਹਿਬਜ਼ਾਦੇ ਪੁੱਤਰ ਦਾ ਰੱਜ ਕੇ ਮੁਖ ਵੇਖ ਲੈਣ ਦਿਓ ਜੀ। ਮੈਂ ਮਰਹੋਂ ਧਰ ਸ਼ੋਕ ਅਬੈ। ਤੇ ਮੇਰੀ ਜਾਨ ਨਿਕਲਦੀ ਜਾਂਦੀ ਹੈ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵੇਖ ਕੇ, ਪੁੱਤਰ ਦਾ ਸੁੰਦਰ ਮੁਖਾਰ ਬਿੰਦ ਵੇਖ ਕੇ ਮੇਰੇ ਸਰੀਰ ਚੋਂ ਪ੍ਰਾਣ ਨਿਕਲਦੇ ਜਾਂਦੇ ਹੈ। ਇਸ ਕਰਕੇ ਮੈਨੂੰ ਹੋਰ ਕੁਝ ਸਮਾਂ ਆਪਦੇ ਸਾਹਿਬਜ਼ਾਦੇ ਦੇ ਦਰਸ਼ਨ ਕਰ ਲੈਣ ਦਿਓ ਜੀ। ਕਿਮ ਜੀਵਨ ਹੋਇਆ ਇਸ ਰੀਤ ਦੁਖਾਰੀ। ਤੇ ਫਿਰ ਇਦਾਂ ਮਾਤਾ ਫਿਰ ਕਹਿੰਦੇ, ਹੇ ਗੁਰੂ ਤੇਗ ਬਹਾਦਰ ਪੁੱਤਰ ਸਾਹਿਬਜ਼ਾਦੇ, ਤੁਹਾਡੇ ਵੇਖ ਵੇਖ ਕੇ ਅਸੀਂ ਦਿਨ ਕੱਢੇ ਤੇ ਹੁਣ ਤੁਹਾਡੇ ਤੋਂ ਬਿਨਾਂ ਮੇਰਾ ਜੀਵਨ ਕਿਵੇਂ ਹੋਏਗਾ। ਇਹ ਬੁੱਢੀ ਉਮਰੇ ਮਹਾਰਾਜ ਮੈਂ ਕਿਵੇਂ ਹੁਣ ਸਮਾਂ ਬਤੀਤ ਕਰਾਂਗੀ, ਕਿਵੇਂ ਤੁਹਾਡੇ ਦਰਸ਼ਨਾਂ ਤੋਂ ਮੇਰਾ ਸਮਾਂ ਝੱਟ ਲੰਘਿਆ ਕਰੇਗਾ। ਮਗਰਲੀ ਉਮਰ ਬੜੀ ਭਾਰੀ ਦੁੱਖ ਸਹਿਤ ਹੋ ਗਈ ਹੈ। ਯੋਂ ਬਿਰਲਾਪ ਸੁਨਿਓ ਜਬ ਹੀ। ਜਦੋਂ ਏਦਾਂ ਮਾਤਾ ਨਾਨਕੀ ਜੀ ਵਰਲਾਪ ਕਰਦੇ ਨੇਤਰਾਂ ਚੋਂ ਜਲ ਕੇਰਦੇ ਸੁਣੇ ਹਨ। ਗੁਰ ਆਏ ਸਪਾਏ ਬਿਮਾਨ ਉਤਾਰੀ। ਤੇ ਗੁਰੂ ਕਲਗੀਧਰ ਸਾਹਿਬ ਜੀ ਨੇ ਆਖਿਆ ਹੁਣ ਪਾਲਕੀ ਸਾਹਿਬ ਇੱਕ ਵਾਰੀ ਰੱਖ ਦਿਓ ਭੋਏ ਤੇ, ਵੀ ਅਜੇ ਸਮਾਂ ਲੱਗ ਜਾਣਾ। ਤਾਂ ਮਾਤਾ ਨਾਨਕੀ ਜੀ ਨੂੰ ਰੱਜ ਕੇ ਦਰਸ਼ਨ ਕਰ ਲੈਣ ਦਿਓ। ਗੁਰੂ ਕਲਗੀਧਰ ਸਾਹਿਬ ਦਾ ਹੁਕਮ ਹੋਇਆ ਤੇ ਪਾਲਕੀ ਸਾਹਿਬ ਦੇ ਕੱਪੜਾ ਭੋਏ ਵਿਛਾ ਕੇ ਤੇ ਪਾਲਕੀ ਸਾਹਿਬ ਨੂੰ ਥੱਲੇ ਇੱਕ ਆਸਣ ਦੇ ਉੱਪਰ ਸੁਭਾਏਮਣ ਕਰ ਦਿੱਤਾ ਗਿਆ ਹੈ। ਟਾਰ ਸਭੈ ਪਟ ਸ੍ਰੀ ਗੁਰ ਕੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੂਪ ਦੇ ਵੀ ਖੁੱਲੇ ਦਰਸ਼ਨ ਹੋ ਜਾਣ। ਇੱਕ ਆਸਣ ਤੇ ਕੱਪੜਾ ਵਿਛਾ ਕੇ ਤੇ ਖੁੱਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਸਾਰੀ ਸੰਗਤ ਨੂੰ ਕਰਾਉਣ ਵਾਸਤੇ ਸੀਸ ਨੂੰ ਪ੍ਰਕਾਸ਼ ਕਰ ਦਿੱਤਾ ਹੈ। ਮੁਖ ਦੇਖਤ ਭੇ ਗੁਜਰੀ ਸੁਤ ਸਾਥਾ। ਤੇ ਮਾਤਾ ਗੁਜਰ ਕੌਰ ਕੋਲ ਖੜੇ ਹੈ ਤੇ ਨਾਲ ਗੁਰੂ ਕਲਗੀਧਰ ਮਾਂ ਪੁੱਤ ਮਾਤਾ ਗੁਜਰ ਕੌਰ
ਤੇ ਧੰਨ ਗੁਰੂ ਕਲਗੀਧਰ ਸਾਹਿਬ ਦੋਵੇਂ ਮਾਂ ਪੁੱਤ ਭਾਵ ਗੁਰੂ ਤੇਗ ਬਹਾਦਰ ਸਾਹਿਬ ਦਾ ਪਰਿਵਾਰ ਵਿੱਚ ਮਾਤਾ ਨਾਨਕੀ ਜੀ ਮਾਂ ਹੈ ਤੇ ਇਦਾਂ ਘੇਰੇ ਘੇਰੇ ਮਹਾਰਾਜ ਦੇ ਸੀਸ ਦੇ ਖੜੇ ਹੋਏ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਦਰਸ਼ਨ ਕਰ ਰਹੇ ਹੈ। ਨਾਨਕੀ ਮਹਤ ਬਿਲੋਕਤ ਹੈ। ਮਾਤਾ ਨਾਨਕੀ ਵੇਂਦੇ ਹੈ, ਮਾਤਾ ਗੁਜਰ ਕੌਰ ਜੀ ਰਜ ਰਜ ਵੇਂਦੇ ਹੈ। ਧੰਨ ਗੁਰੂ ਕਲਗੀਧਰ ਸਾਹਿਬ ਜੀ ਪਿਤਾ ਗੁਰੂਦੇਵ ਮਹਾਰਾਜ ਦਾ ਸਰੂਪ ਵੇਂਦੇ ਹੈ। ਸੰਗਤ ਜੀ, ਗੁਰੂ ਕਲਗੀਧਰ ਸਾਹਿਬ ਮਹਾਰਾਜ ਦਾ ਜਦੋਂ ਅਵਤਾਰ ਹੋਣਾ ਸੀ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਚਲੇ ਗਏ ਸੀ। ਪਟਨਾ ਹੋਇਆ ਨਾ ਮਹਾਰਾਜ ਦਾ ਅਵਤਾਰ 10ਵੇਂ ਪਾਤਸ਼ਾਹ ਦਾ, ਤੇ ਮਹਾਰਾਜ ਦਾ ਅਵਤਾਰ ਹੋਇਆ ਜਦੋਂ 10ਵੇਂ ਪਾਤਸ਼ਾਹ ਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਸਨ ਉਸ ਸਮੇਂ। ਮਹਾਰਾਜ ਅਸਾਮ ਚਲੇ ਗਏ ਸੀ ਤੇ ਹਿਸਾਬ ਲਾ ਲਓ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ 7-8 ਸਾਲ ਰਹੇ ਉੱਧਰ, ਤੇ ਉਹਨੇ ਸਮੇਂ 'ਚ ਗੁਰੂ ਕਲਗੀਧਰ ਸਾਹਿਬ ਦਾ ਅਵਤਾਰ ਹੋ ਕੇ ਤੇ ਮਹਾਰਾਜ 7-8 ਸਾਲ ਦੇ ਹੋ ਗਏ ਸੀ। ਫਿਰ ਉੱਧਰੋਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਏ ਹੈ ਤੇ ਗੁਰੂ ਕਲਗੀਧਰ ਸਾਹਿਬ ਜੀ ਕਹਿ ਲਓ ਵੀ ਥੋੜ੍ਹਾ ਸਮਾਂ ਹੀ ਦੱਸਦੇ ਆ ਵੀ ਮਸਾਂ ਆ ਵੀ ਜੇ 2 ਕੁ ਸਾਲ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਨਸੀਬ ਹੋਈ ਹੋਵੇ ਪਿਓ ਦੀ, ਮਸਾਂ, ਕਿਉਂਕਿ ਮਹਾਰਾਜ ਦੀ 9 ਕੁ ਸਾਲ ਉਮਰ ਸੀ ਜਦੋਂ 9-9.5 ਸਾਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਆ ਗਏ ਤੇ ਹੁਣ ਸ਼ਹੀਦ ਹੋ ਕੇ ਸੀਸ ਆਇਆ ਮਹਾਰਾਜ ਦਾ। ਵੀ 10ਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਸਮੇਂ ਮਸਾਂ 9.5-10 ਸਾਲ ਦੀ ਉਮਰ ਆ ਹੁਣ ਜਦੋਂ ਦੀ ਆਪ ਕਥਾ ਸੁਣ ਰਹੇ ਹੋ, ਤੇ ਇੰਨੀ ਉਮਰ ਦੇ ਵਿੱਚ ਗੁਰੂ ਕਲਗੀਧਰ ਸਾਹਿਬ ਨੇ ਮਸਾਂ ਕਿਤੇ ਹੈ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਮਸਾਂ ਕੋ 2 ਸਾਲ ਮਸਾਂ ਰਹੇ ਹੋਣ ਨਾਲ ਪਿਤਾ ਦੇ, ਵੀ ਸਿਰਫ 2 ਸਾਲ ਹੀ ਪਿਓ ਦੀ ਗੋਦ ਦਾ ਨਿੱਘ ਮਾਣਿਆ ਗੁਰੂ ਕਲਗੀਧਰ ਸਾਹਿਬ ਨੇ। ਤੇ ਇੱਦਾਂ ਬਾਕੀ ਸਮਾਂ ਇਹ ਵਿਛੋੜੇ 'ਚ ਹੀ ਲੰਘ ਗਿਆ ਸੀ ਗੁਰੂ ਕਲਗੀਧਰ ਸਾਹਿਬ ਜੀ ਦਾ। ਇੱਦਾਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਪਿਤਾ ਸਤਿਗੁਰਾਂ ਦਾ ਸਰੂਪ ਦਰਸ਼ਨ ਕਰਦੇ ਮਾਤਾ ਨਾਨਕੀ ਖੜੇ ਹੈ, ਇੱਕ ਪਾਸੇ ਮਾਤਾ ਗੁਜਰ ਕੌਰ ਜੀ ਖੜੇ ਹੋਏ ਹਨ। ਬਹੁ ਰੋਦਤ ਆਪ ਲਗਾਵਤ ਹੱਥਾ। ਤੇ ਮਾਤਾ ਨਾਨਕੀ ਵਾਰ-ਵਾਰ ਹੱਥ ਫੇਰਦੇ, ਮਾਵਾਂ ਦਾ ਸੁਭਾਅ ਹੁੰਦਾ ਹੈ ਪੁੱਤਾਂ ਦੇ ਮੁਖ ਤੇ ਹੱਥ ਫੇਰਨ ਦਾ, ਤੇ ਮਾਤਾ ਨਾਨਕੀ ਜੀ ਵਾਰ-ਵਾਰ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ ਤੇ ਮੁਖ ਤੇ ਮਹਾਰਾਜ ਦੇ ਦਾੜੇ ਤੇ ਵਾਰ-ਵਾਰ ਮਾਤਾ ਨਾਨਕੀ ਜੀ ਹੱਥ ਫੇਰ ਰਹੇ ਹਨ। ਜਿਉ ਦੁੱਧ ਜੀਵਤ ਥੀਵਤ ਹੈ। ਤੇ ਨਾਲੇ ਇੱਦਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦਾ ਮੁਖ ਤੇ ਮਾਤਾ ਹੱਥ ਫੇਰਦੀ, ਤੇ ਨਾਲੇ ਮਾਤਾ ਨਾਨਕੀ ਕਹਿੰਦੀ ਮੇਰੇ ਪੁੱਤਰ ਦਾ ਚਿਹਰੇ ਦਾ ਪ੍ਰਤਾਪ ਅਜੇ ਵੀ ਇੱਦਾਂ ਜਿਵੇਂ ਹੁਣੇ ਹੀ ਉੱਠ ਪੈਣਾ ਹੁੰਦਾ, ਹੁਣੇ ਮੇਰੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਇੰਨਾ ਹੈ ਚਿਹਰੇ ਦਾ, ਜਿੱਦਾਂ ਹੁਣੇ ਇਹਨਾਂ ਦੇ ਨੇਤਰ ਖੁੱਲ ਜਾਣੇ ਜਿਵੇਂ ਚਾਹੁੰਦੇ ਜਾਗਦੇ ਮਨੁੱਖ ਸ਼ਖਸ ਦਾ ਹੁੰਦਾ ਹੈ। ਤਿਮਹੀ ਸੁਭ ਸ਼ੋਭਤ ਆਨਨ ਮਾਥਾ। ਉਵੇਂ ਹੀ ਮੱਥਾ ਚਮਕਦਾ ਮੇਰੇ ਸਾਹਿਬਜ਼ਾਦੇ ਦਾ, ਸੋਹਣਾ ਗੋਲ ਮੰਡਲ ਮੁਖ ਹੈ ਤੇ ਦਗ ਦਗ ਕਰਦਾ ਮੇਰੇ ਸਾਹਿਬਜ਼ਾਦੇ ਦਾ ਚਿਹਰਾ ਹੈ। ਮੁੰਦਤ ਲੋਚਨ ਦੋਨੋਂ ਯਾ ਬਿਧ। ਇੱਦਾਂ ਸੰਗਤ ਜੀ ਵੀ ਮਹਾਰਾਜ ਦਾ ਸਰੂਪ ਕਿਹੋ ਜਿਹਾ ਸੀ ਜਦੋਂ ਸੀਸ ਆਇਆ ਹੈ। ਕਵੀ ਰਾਜ ਕਹਿੰਦੇ ਅੱਖਾਂ ਬੰਦ ਹੈ ਸੀਸ, ਨੇਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੋਵੇਂ ਬੰਦ ਹੋ ਰਹੇ ਹਨ। ਜਿਉ ਸੁਕਚੇ ਦਲ ਕੰਜ ਅਪਾਥਾ। ਜਿਵੇਂ ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਸੁੱਕਾ ਜਾਂ ਇਕੱਠਾ ਹੋਇਆ ਹੁੰਦਾ ਨਾ, ਪੱਤਾ ਫੁੱਲ ਖਿੜਿਆ ਹੋਵੇ ਤੇ ਫੁੱਲ ਬੰਦ ਹੁੰਦਾ, ਜਿਵੇਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਇੱਦਾਂ ਬੰਦ ਹੈ ਜਿਵੇਂ ਕਮਲ ਦਾ ਫੁੱਲ ਬੰਦ ਹੋਇਆ ਹੁੰਦਾ ਹੈ। ਮੇਚਕ ਸੇਤ ਸੋ ਕੇਸ ਮਿਲੇ। ਤੇ ਕਾਲੇ ਸ਼ਾਹ ਕੇਸ ਹੈ ਤੇ ਮਹਾਰਾਜ ਦੇ ਤੇ ਦਾੜੇ ਦੇ, ਤੇ ਵਿੱਚ ਚਿੱਟੇ ਕੇਸ ਵੀ ਹੈ, ਕਿਉਂਕਿ ਮਹਾਰਾਜ ਦੀ ਉਮਰ 53 ਸਾਲ ਤੇ 5 ਦਿਨ ਉਮਰ ਸੀ ਜਦੋਂ ਮਹਾਰਾਜ ਸ਼ਹੀਦ ਹੋਇਆ ਗੁਰੂ ਤੇਗ ਬਹਾਦਰ ਸਾਹਿਬ। 54 ਸਾਲ ਤੇ 5 ਦਿਨ ਦੀ ਉਮਰ ਸੀ ਸਤਿਗੁਰਾਂ ਦੀ, ਤੇ ਇਸ ਕਰਕੇ ਇੰਨੀ ਕੁ ਉਮਰ 'ਚ ਗੁਰੂ ਸਾਹਿਬ ਦਾ ਲੰਮਾ ਦਾੜਾ ਸੋਹਣਾ, ਕਾਲੇ ਦਾੜੇ ਦੇ ਵਿੱਚ ਚਿੱਟੇ ਕੇਸ, ਚਿੱਟੇ ਤੇ ਕਾਲੇ ਕੇਸ ਮਹਾਰਾਜ ਦੇ ਦਾੜੇ ਦੇ ਲਿਸ਼ਕ ਰਹੇ ਹਨ। ਸਮ ਸਰਾਨਨ ਕੇ ਸ਼ੁਭ ਸ਼ੋਭਤ ਹੈ। ਤੇ ਲੰਮਾ ਦਾੜਾ ਮੁੱਛਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਦਾਂ ਸਿਰ ਤੇ ਸੋਹਣਾ ਦਸਤਾਰਾ ਸਜਿਆ ਹੋਇਆ ਸ਼ੋਭ ਰਿਹਾ ਹੈ। ਬ੍ਰਿੰਦ ਮਸੰਦ ਵੱਡੇ ਸਿੱਖ ਸੇਵਕ। ਬੜਾ ਇਕੱਠ ਹੋ ਰਿਹਾ ਵੇਖਣ ਵਾਸਤੇ, ਬੜੇ ਛੋਟੇ ਮਸੰਦ ਆਏ ਹੋਏ ਆ, ਬੜੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਹਨ। ਹੇਤ ਬਿਲੋਕਨ ਲੋਭਤ ਹੈ। ਤੇ ਥਾਂ ਹੁਣ ਕਿਉਂਕਿ ਹੁਣ ਦਰਸ਼ਨ ਥੋੜਾ ਹੋ ਰਿਹਾ ਹੈ, ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ,
ਸਭ ਦੀ ਇੱਛਾ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਮਹਾਰਾਜ ਦੇ ਦਰਸ਼ਨ ਹੋ ਜਾਣ। ਸਾਰੇ ਮਹਾਰਾਜ ਦੇ ਦਰਸ਼ਨਾਂ ਦਾ ਲਾਲਚ ਕਰ ਰਹੇ ਹਨ। ਭੀੜ ਭਈ ਸਭ ਬੰਦਤ ਹੈ। ਸਾਰੇ ਪਾਸੇ ਖਾਲਸਾ ਜੀ ਬੜੀ ਭੀੜ ਲੱਗ ਰਹੀ ਹੈ ਤੇ ਬੜਾ ਭਾਰੀ ਦੂਰੋਂ ਨੇੜਿਓਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰਾਂ ਹੋ ਰਹੀਆਂ ਹਨ ਜੀ। ਵੱਡ ਪ੍ਰੇਮ ਧਰੇ ਔਰ ਸ਼ੋਭਤ ਹੈ। ਤੇ ਬੜਾ ਮਨ ਚ ਪ੍ਰੇਮ ਆ ਸੰਗਤਾਂ ਦੇ, ਗੁਰੂਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਸੰਗਤਾਂ, ਮਨ ਵਿੱਚ ਬੜਾ ਵਿਰਾਗ ਵੀ ਭਾਰੀ ਹੈ। ਸਾਧਨ ਕੀਨ ਚਿਖਾ ਰਚ ਕੈ। ਇੰਨੇ ਨੂੰ ਫਿਰ ਸਭ ਨੂੰ ਦਰਸ਼ਨ ਕਰਾ ਕੇ ਚੰਦਨ ਦੀ ਚਿਖਾ ਚਿਣ ਦਿੱਤੀ ਗਈ। ਚੰਦਨ ਦੀ ਚਿਖਾ ਵਿੱਚ ਗੁਰੂਦੇਵ ਦੇ ਸੀਸ ਨੂੰ ਰੱਖ ਕੇ ਉੱਪਰ ਚਿੱਟਾ ਬਸਤਰ ਪਾ ਕੇ ਤੇ ਲੱਕੜਾਂ ਚਿਣ ਕੇ ਢੱਕ ਦਿੱਤਾ ਗਿਆ ਹੈ। ਦੁਖ ਸ਼ੋਕ ਜਿਉ ਸੰਕਟ ਚੋਭਤ ਹੈ। ਜਿਵੇਂ ਹਿਰਦੇ ਵਿੱਚ ਬਰਸ਼ੀ ਵੱਜੀ ਹੁੰਦੀ ਹੈ, ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਇੰਨੀ ਪੀੜਾ ਉੱਠ ਰਹੀ ਹੈ ਜੀ, ਬੜਾ ਦੁੱਖ ਹੋ ਰਿਹਾ ਹੈ। ਚੰਦਨ ਕੀ ਚਿਖ ਪੈ ਧਰ ਦੀਨ। ਵੀ ਇਸ ਸੋਹਣੇ ਸਰੂਪ ਦੇ ਹੁਣ ਦੁਬਾਰਾ ਦਰਸ਼ਨ ਨਹੀਂ ਕਦੇ ਹੋਣੇ, ਇਹ ਵਿਚਾਰ ਕੇ ਮਾਤਾ ਜੀ ਬੜੇ ਵਿਰਾਗੀ ਹੁੰਦੇ ਆ। ਖਾਲਸਾ ਜੀ ਚੰਦਨ ਦੀ ਚਿਖਾ ਚਿਣ ਦਿੱਤੀ ਗਈ ਹੈ, ਪੂਰਾ ਏਦਾਂ ਮਹਾਰਾਜ ਦੇ ਸੰਸਕਾਰ ਦਾ ਤਿਆਰਾ ਹੋ ਗਿਆ ਹੈ। ਭਏ ਮਨ ਦੀਨ ਸਭੈ ਤਿਸ ਕਾਲਾ। ਤੇ ਸਾਰੇ ਮਨ ਕਰਕੇ ਬੜੇ ਦੁਖੀ ਹੋ ਰਹੇ, ਬੜੇ ਦੀਨ ਹੋ ਰਹੇ ਹੈ, ਬੜੇ ਨਿਮਾਣੇ ਹੋ ਰਹੇ ਹਨ। ਸ੍ਰੀ ਗੁਰ ਕੇ ਕਰ ਦੇ ਕਰ ਦਾਸਨ। ਸਿੱਖਾਂ ਨੇ ਇੱਕ ਲੱਕੜੀ ਨੂੰ ਚੰਡਾ ਪ੍ਰਚੰਡ ਕਰਕੇ ਅੱਗ ਲਾ ਕੇ ਇੱਕ ਮੁੱਠੀ ਨੂੰ, ਜਿਵੇਂ ਕੰਨ ਯਾਤਕ ਜਾਂ ਮਸ਼ਾਲ ਹੁੰਦੀ ਹੈ, ਇੱਕ ਮਸ਼ਾਲ ਨੂੰ ਅਗਨ ਲਾ ਕੇ ਅੱਗ ਲਾ ਕੇ ਗੁਰੂ ਕਲਗੀਧਰ ਸਾਹਿਬ ਦੀ ਉਮਰ 10 ਕੁ ਵਰ੍ਹਿਆਂ ਦੀ ਹੈ ਤੇ ਸਿਆਣੇ ਸਿੱਖਾਂ ਨੇ ਅੱਗ ਬਾਲ ਕੇ ਤੇ ਮਸ਼ਾਲ ਧੰਨ ਗੁਰੂ ਕਲਗੀਧਰ ਸਾਹਿਬ ਦੇ ਸੱਜੇ ਹੱਥ ਵਿੱਚ ਪਕੜਾ ਦਿੱਤੀ ਹੈ। ਕੀਨ ਪ੍ਰਕਾਸ਼ ਚਾਹੂੰ ਦਿਸ ਜਵਾਲਾ। 4 ਚਫੇਰੇ ਪਰਿਕਰਮਾ ਕਰਦਿਆਂ ਹੋਇਆਂ ਧੰਨ ਗੁਰੂ ਦੇਵ ਗੁਰੂ ਕਲਗੀਧਰ ਸਾਹਿਬ ਨੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਗੀਠੇ ਨੂੰ ਅਗਨ ਭੇਂਟ ਕਰ ਦਿੱਤਾ ਹੈ, ਅੱਗ ਲਾ ਦਿੱਤੀ ਹੈ, ਚੰਡਾ ਪ੍ਰਚੰਡ ਕਰ ਦਿੱਤਾ ਹੈ। ਫੇਰ ਪ੍ਰਦਛਨ ਕੋ ਕਰ ਕੈ। ਤੇ ਫਿਰ ਨਾਲੇ ਗੁਰੂ ਕਲਗੀਧਰ ਸਾਹਿਬ ਜੀ ਅਗਨ ਭੇਟ ਲਾ ਰਹੇ ਆ ਲੱਕੜਾਂ ਨੂੰ ਅਗਨੀ, ਤੇ ਨਾਲੇ ਮਹਾਰਾਜ ਜੀ ਪਰਿਕਰਮਾ 3 ਪਰਿਕਰਮਾ ਗੁਰੂ ਕਲਗੀਧਰ ਸਾਹਿਬ ਨੇ ਕੀਤੀਆਂ ਹਨ। ਅਬੇ ਬੰਧਨ ਹੋਇਆ ਧਰ ਪ੍ਰੇਮ ਵਿਸਾਲਾ। ਤੇ ਫਿਰ ਜਦੋਂ ਚੰਡਾ ਪ੍ਰਚੰਡ ਹੋ ਗਿਆ, ਦੋਵੇਂ ਹੱਥ ਜੋੜ ਕੇ ਧਰਤੀ ਤੇ ਮੱਥਾ ਲਾ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਅੰਗੀਠੇ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਹੈ। ਕੀਨ ਕਿਰਿਆ ਸਗਰੀ ਕਲਗੀ ਧਰ। ਸਾਰੀ ਕਿਰਿਆ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਮਹਾਰਾਜ ਪਿਤਾ ਜੀ ਦੀ ਆਪ ਕੀਤੀ ਹੈ। ਨੀਰ ਸਨਾਨ ਕਰਿਓ ਨਰ ਜਾਲਾ। ਵੀ ਜਿਵੇਂ ਸਾਧ ਸੰਗਤ ਜੀ ਜੋ ਹੁੰਦਾ ਨਾ, ਭਾਵ ਕਿ ਮਹਾਰਾਜ ਦਾ ਅੰਗੀਠਾ ਸਾਹਿਬ ਨੂੰ ਜਦੋਂ ਅਗਨ ਭੇਟ ਹੋਈ, ਫਿਰ ਕੀਰਤਨ ਸੋਹਿਲਾ ਜਾਂ ਕੋਈ ਹੋਰ ਬਾਣੀ ਪੜ੍ਹਨੀ, ਉਹ ਸਾਰੀ ਗੁਰੂ ਅਰਦਾਸ ਸੋਧਨਾ ਅਰਦਾਸਾ, ਉਹ ਸਾਰਾ ਕੁਝ ਗੁਰੂ ਕਲਗੀਧਰ ਸਾਹਿਬ ਨੇ ਆਪ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਬਤ ਆਪ ਅਰਦਾਸਾ ਸੋਧੇ, ਆਪ ਕੀਰਤਨ ਸੋਹਿਲਾ ਪੜ੍ਹਿਆ ਪਿਤਾ ਜੀ ਦਾ, ਤੇ ਇੱਦਾਂ ਖੜ ਕੇ ਅਰਦਾਸ ਕੀਤੀ ਹੈ। ਸਾਰੀ ਕਿਰਿਆ ਕਰਮ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਕੀਤਾ ਹੈ ਜੀ। ਤੀਰ ਸਤੁਦਰਵ ਬੈਠ ਗਏ। ਫਿਰ ਇਸ਼ਨਾਨ ਪਾਣ ਕੀਤਾ ਗੁਰੂ ਕਲਗੀਧਰ ਸਾਹਿਬ, ਤੇ ਜਿਹੜਾ ਸਤਲੁਜ ਦਰਿਆ ਲੰਘਦਾ ਹੈ ਇੱਥੋਂ ਅਨੰਦਪੁਰ ਸਾਹਿਬ ਤੋਂ, ਉਦੋਂ ਲਾਗੇ ਵਗਦਾ ਸੀ ਥੋੜਾ, ਤੇ ਅਨੰਦਪੁਰ ਸਾਹਿਬ ਦਰਿਆ ਦੇ ਕੰਢੇ ਤੇ ਜਾ ਮਾਰ ਚੌਂਕੜਾ ਮਾਰ ਬੈਠੇ ਹਨ। ਸਭ ਗਾਏ ਗਿਰਾ ਗੁਰ ਕੀ ਸੁਖਦਾਈ। ਤੇ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਰਿਹਾ ਜਿੰਨਾ ਸਮਾਂ ਚਿਖਾ ਚੱਲਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਬਤ ਬਾਣੀ ਦਾ ਕੀਰਤਨ ਤੇ ਭਾਰੀ ਦੀਵਾਨ ਸਜਿਆ ਹੋਇਆ ਹੈ। ਏਕ ਮਨੇ ਹੋਏ ਸਰੋਣ ਸੁਨੈ ਇੱਕ। ਸਾਰੀਆਂ ਸੰਗਤਾਂ ਦੇ ਨੇਤਰ ਬੰਦੇ ਹੈ, ਇੱਕ ਮਨ ਹੋ ਕੇ ਗੁਰੂ ਕੀ ਸਾਧ ਸੰਗਤ ਕੀਰਤਨ ਸੁਣ ਰਹੀ ਹੈ ਜੀ। ਧਿਆਨ ਧਰੈ ਗੁਰ ਮੂਰਤ ਭਾਈ। ਤੇ ਗੁਰੂ ਕੀ ਭਾਰੀ ਮੂਰਤੀ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਦਾ ਧਿਆਨ ਧਾਰ ਰਹੀਆਂ ਸੰਗਤਾਂ। ਦੀਨ ਤਿਲਾਂ ਜੁਲ ਸ੍ਰੀਪਤ ਕੇ ਹਿਤ। ਫਿਰ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਿਮਿਤ ਤਿਲੰਜੁਲ ਭਾਵ ਜਿਹੜਾ ਕੋ ਤਿਲ ਫੁੱਲ ਜਿਹੜਾ ਭੇਟਾ ਦਾਨ ਰਾਗੀ ਸਿੱਖਾਂ ਨੂੰ ਗੁਰਮੁਖਾਂ ਨੂੰ ਮਹਾਰਾਜ ਨੇ ਦਾਨ ਪੁੰਨ ਆਦਿਕ ਲੀੜਾ ਕੱਪੜਾ ਬਸਤਰ ਦਿੱਤਾ ਹੈ। ਜਿਉ ਸਭ ਰੀਤ ਚੱਲੀ ਜਗ ਆਈ। ਜੋ ਸੰਸਾਰ ਦੀ ਰੀਤੀ ਮਰਿਆਦਾ ਚੱਲੀ ਆ ਰਹੀ ਹੈ ਜੀ। ਚੀਰ ਸਨੀਰ ਉਤਾਰ ਸਰੀਰ। ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਸੁੰਦਰ ਜਲ ਦੇ ਨਾਲ ਸੋਹਣਾ ਇਸ਼ਨਾਨ ਕੀਤਾ ਹੈ ਜੀ। ਧਰੇ ਪੁਨ ਔਰ ਥਿਰੇ ਵਿੱਚ ਆਈ। ਫਿਰ ਹੋਰ ਮਹਾਰਾਜ ਨੇ ਇਸ਼ਨਾਨ ਕਰਨ ਤੋਂ ਬਾਅਦ ਸੋਹਣੇ ਬਸਤਰ ਚੋਲਾ ਪਹਿਨ ਲਿਆ ਤੇ ਗੁਰੂ ਕਲਗੀਧਰ ਸਾਹਿਬ ਜੀ ਸਜੇ ਦੀ ਬਾਣ ਵਿੱਚ ਆ ਕੇ ਬੈਠ ਗਏ ਹਨ। ਦੋਹਰਾ
ਸੁਨ ਕੈ ਗਾਵਤ ਸ਼ਬਦ ਕੋ। ਇਦਾਂ ਖਾਲਸਾ ਜੀ ਤੇ ਸ਼ਬਦ ਗਾਏ ਜਾ ਰਹੇ ਆ। ਗੁਰੂ ਤੇਗ ਬਹਾਦਰ ਸਾਹਿਬ ਦੇ ਸੰਸਕਾਰ ਵਾਲੇ ਦਿਨ ਸਾਰਾ ਦਿਨ ਅੰਮ੍ਰਿਤਮਈ ਕੀਰਤਨ ਦੇ ਸ਼ਬਦ ਗਾਏ ਜਾ ਰਹੇ ਤੇ ਸਿੱਖ ਸੁਣ ਰਹੇ ਹਨ। ਪੁਨ ਪੌੜੀ ਤਹ ਲਾਏ। ਤੇ ਬੜੀਆਂ ਪੌੜੀਆਂ ਸ਼ਬਦ ਵਿਰਾਗਮਈ ਸ਼ਬਦਾਂ ਦੀਆਂ ਪੌੜੀਆਂ ਲਾਈਆਂ ਜਾ ਰਹੀਆਂ, ਗਾਈਆਂ ਜਾ ਰਹੀਆਂ ਹਨ। ਭੋਗ ਪਾਏ ਅਰਦਾਸ ਕਰ। ਫਿਰ ਭੋਗ ਪਿਆ ਹੈ ਕੀਰਤਨ ਦਾ। ਗੁਰੂ ਕਲਗੀਧਰ ਸਾਹਿਬ ਜੀ ਨੇ ਅਰਦਾਸਾ ਸੋਧਿਆ ਹੈ। ਸਭ ਹੂੰ ਸੀਸ ਨਿਵਾਏ। ਭੋਗ ਤੋਂ ਬਾਅਦ ਸਾਰੀਆਂ ਸੰਗਤਾਂ ਸੀਸ ਨਵਾਇਆ, ਮੱਥਾ ਟੇਕਿਆ ਹੈ ਜੀ। ਸਵਈਆ ਆਏ ਤਿਹਾਵਲ ਬ੍ਰਿੰਦ ਗਇਓ। ਫਿਰ ਪੰਚਮ ਕੜਾ ਪ੍ਰਸ਼ਾਦੀ ਦੇਗ ਆ ਗਈ ਹੈ। ਅਰਦਾਸਾ ਸੋਧਿਆ ਤੇ ਪੰਚਮ ਕੜਾ ਪ੍ਰਸਾਦੀ ਦੇਗ ਨੂੰ ਭੋਗ ਲੱਗਿਆ ਹੈ। ਵਰਤਾਏ ਦਿਓ ਸਭ ਸੰਗਤ ਮਾਹੀ। ਸਾਰੀਆਂ ਸੰਗਤਾਂ ਦੇ ਵਿੱਚ ਪਾਵਨ ਪਵਿੱਤਰ ਕੜਾ ਪ੍ਰਸਾਦੀ ਦੇਗ ਵਰਤ ਰਹੀ ਹੈ ਜੀ। ਸ੍ਰੀ ਕਲਗੀਧਰ ਕੋ ਕਰ ਅਗਰਿਆ। ਇਦਾਂ ਖਾਲਸਾ ਜੀ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜਦੋਂ ਫਿਰ ਸੰਸਕਾਰ ਹੋ ਗਿਆ ਤੇ ਅਰਦਾਸੇ ਤੋਂ ਬਾਅਦ ਦੇਗਾਂ ਵਰਤ ਗਈਆਂ, ਫਿਰ ਸੰਗਤ ਤੁਰ ਪਈ ਹੈ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੂੰ ਸਾਰਿਆਂ ਤੋਂ ਅੱਗੇ ਸੰਗਤ ਨੇ ਕੀਤਾ ਹੋਇਆ ਹੈ। ਮੰਦਹ ਮੰਦ ਚੱਲੇ ਘਰ ਜਾਹੀ। ਤੇ ਹੌਲੀ ਹੌਲੀ ਜਿੱਥੇ ਘਰ ਹੈ ਆਨੰਦਪੁਰ ਸਾਹਿਬ ਦੇ ਅੰਦਰ ਸੰਗਤਾਂ ਮਹਾਰਾਜ ਦੇ ਨਾਲ ਆ ਰਹੀਆਂ ਹਨ ਜੀ। ਬੈਠਨ ਥਾਨ ਮਹਿ ਜਾਏ ਟਿਕੇ ਸਭ। ਜਿੱਥੇ ਪੰਡਾਲ ਸਜਿਆ ਸੀ, ਸੰਗਤਾਂ ਜਿੱਥੇ ਬਹਿ ਰਹੀਆਂ ਆ ਕੇ ਦੂਰੋਂ ਨੇੜਿਓਂ ਗੁਰੂ ਕਲਗੀਧਰ ਸਾਹਿਬ ਦੇ ਨਾਲ ਕੋਈ ਬਚਨ ਬਲਾਸ ਕਰਨ ਵਾਸਤੇ ਉਸ ਅਸਥਾਨ ਤੇ ਮਹਾਰਾਜ ਜਾ ਟਿਕੇ ਹਨ ਜੀ। ਸ੍ਰੀ ਗੁਰੂ ਕੋ ਜਸ ਦੀਰਘ ਪ੍ਰਾਹੀ। ਸਭ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਵੱਡੀ ਵਡਿਆਈ ਸਿੱਖ ਕਹਿ ਰਹੇ ਹਨ। ਔਧ ਭਏ ਜਗ ਧੀਰ ਛਿਮਾ ਧਰ। ਸਿੱਖ ਕਹਿੰਦੇ ਗੁਰੂ ਕਲਗੀਧਰ ਸਾਹਿਬ ਨੂੰ ਜਿਵੇਂ ਆਪਣੇ ਆਮ ਕਹਿ ਦਿੰਦੇ ਪਰਚੌਣੀ ਕਰਦੇ, ਕਵਾਉਣ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਸੰਗਤਾਂ ਪ੍ਰੇਮ ਨਾਲ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਬਤ ਕੋ ਬਚਨ ਕਰਨ ਆਉਂਦੀਆਂ। ਮਹਾਰਾਜ ਸਜੇ ਬੈਠੇ ਆ। ਸਿੱਖ ਆ ਕੇ ਕਹਿੰਦੇ ਹੈ ਗੁਰੂ ਕਲਗੀਧਰ ਸਾਹਿਬ ਜੀ, ਹੈਰਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਮਾਨੋ ਸੰਸਾਰ ਵਿੱਚ ਧੀਰਜ ਧਾਰੀ ਤਾਂ ਬੜੇ ਹੈ, ਛਿਮਾ ਧਾਰੀ ਵੀ ਬੜੇ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਤਾਂ ਹੱਦ ਹੈ ਛਿਮਾ ਦੀ। ਸਤਿਗੁਰੂ ਧੀਰਜ ਸੰਤੋਖ ਦੀ ਹੱਦ ਹਨ। ਆਨ ਕਿਸੂ ਮਹਿ ਪ੍ਰਾਪਤ ਨਾਹੀ। ਇਹਨਾਂ ਵਰਗਾ ਧੀਰਜ ਹੋਰ ਕਿਸੇ ਵਿੱਚ ਅਸੀਂ ਅੱਜ ਤੱਕ ਨਹੀਂ ਵੇਖਿਆ ਹੈ। ਕੀਨ ਮਹਾ ਅਪਰਾਧ ਦਿਲੇਸ਼ਵਰ। ਔਰੰਗੇ ਨੇ ਬੜਾ ਵੱਡਾ ਪਾਪ ਕੀਤਾ ਹੈ। ਗੁਰੂ ਕਲਗੀਧਰ ਸਾਹਿਬ ਐਸੇ ਨਰਵੈਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਸੀਹੇ ਦਿੱਤੇ ਹਨ। ਗੂੜ ਮਤੀ ਦੁਖ ਦੋਜਕ ਪਾਵੈ। ਇਹ ਮੂਰਖ ਔਰੰਗਾ ਹੰਕਾਰਿਆ ਜ਼ਰੂਰ ਨਰਕਾਂ ਨੂੰ ਜਾਏਗਾ, ਧੱਕੇ ਖਾਏਗਾ। ਹਿੰਦ ਕੀ ਟੇਕ ਰਖੀ ਸਿਰ ਦੇ ਕਰ। ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਪਿਤਾ ਗੁਰੂਦੇਵ ਨੇ ਹਿੰਦੂਆਂ ਦੀ ਟੇਕ ਰੱਖ ਲਈ ਹੈ, ਹਿੰਦੂਆਂ ਦੀ ਜੜ ਰੱਖ ਲਈ ਹੈ। ਆਪ ਸੀਸ ਦੇ ਕੇ ਤੇ ਹਿੰਦੂਆਂ ਨੂੰ ਇਸ ਸੰਸਾਰ ਤੇ ਜਿਉਂਦੇ ਰੱਖ ਲਿਆ ਹੈ। ਪੂਰਬ ਕੀ ਮੇਰ ਜਾਦ ਜੋ ਆਵੈ। ਹਿੰਦੂਆਂ ਦੀ ਪੂਰੀ ਤੁਰੀ ਆਉਂਦੀ ਜਿਹੜੀ ਪੁਰਾਤਨ ਮਰਿਆਦਾ ਉਹ ਰਹਿ ਗਈ ਹੈ। ਮੰਦਿਰਾਂ 'ਚ ਟੱਲ ਖੜਕਦੇ ਰਹਿ ਗਏ ਹੈ। ਇਹਨਾਂ ਦਾ ਕੋਈ ਭਜਨ ਕੀਰਤਨ ਹੁੰਦਾ ਰਹਿ ਗਿਆ। ਸਤਿਗੁਰਾਂ ਸੀਸ ਦੇ ਕੇ ਹਿੰਦੂ ਧਰਮ ਦੀ ਮਰਿਆਦਾ ਮਾਣ ਰੱਖ ਲਿਆ ਹੈ। ਨਾਹੇ ਤਾਂ ਬੇਦ ਪੁਰਾਨ ਜੇ ਤੀਰਥ। ਜੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਨਾ ਆਉਂਦੇ ਇਹਨਾਂ ਦੀ ਮਦਦ ਕਰਨ ਵਾਸਤੇ ਤਾਂ ਕਿੱਥੇ ਵੇਦਾਂ ਦਾ ਕੋਈ ਪਾਠ ਹੋਣਾ ਸੀ, ਕਿੱਥੇ ਪੁਰਾਣਾਂ ਦੀ ਕਥਾ ਹੋਣੀ ਸੀ। ਦੇਵਨ ਦੇਹੁਰੇ ਰੀਤ ਮਿਟਾਵੈ। ਨਾ ਕੋਈ ਦੇਵਤਾ ਰਹਿਣਾ ਸੀ ਤੇ ਨਾ ਦੇਵਤਿਆਂ ਦਾ ਦਿਵਰਾ ਰਹਿਣਾ ਸੀ, ਨਾ ਮੰਦਰ ਰਹਿਣਾ ਸੀ। ਸਭ ਪਾਸੇ ਹੈਦਰੀ ਝੰਡੇ ਤੇ ਸਭ ਨੂੰ ਇੱਥੇ ਸੁੰਨਤ ਕਰਾਉਣੀ ਪੈਣੀ ਸੀ। ਸ੍ਰੀ ਗੁਰਦੇਵ ਬਿਨਾ ਹੋਏ ਕੌਣ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਰਉਪਕਾਰੀ ਬਿਨਾ ਕੌਣ ਹੈ ਜਿਹੜਾ ਏਡਾ ਭਾਰੀ ਇਹਨਾਂ ਤੇ ਪਰਉਪਕਾਰ ਕਰ ਸਕਦਾ ਹੈ। ਜੋ ਪ੍ਰਾਨ ਕੋ ਦੇ ਜਗ ਧਰਮ ਟਿਕਾਵੈ। ਜਿਸ ਗੁਰੂਦੇਵ ਨੇ ਪ੍ਰਾਣ ਦੇ ਕੇ ਤੇ ਹਿੰਦੂਆਂ ਦਾ ਧਰਮ ਸੰਸਾਰ ਤੇ ਵਿੱਚ ਟਿਕਾ ਦਿੱਤਾ ਹੈ, ਰੱਖ ਦਿੱਤਾ ਜਿਉਂਦਾ ਜੀ। ਧੰਨ ਸਦਾ ਗੁਰ ਤੇਗ ਬਹਾਦਰ। ਐਸੇ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਧੰਨ, ਹੁਣ ਧੰਨ। ਮਹਾਰਾਜ ਸਦਾ ਸਦਾ ਜੁਗੋ ਜੁਗ ਧੰਨ ਰਹਿਣਗੇ ਜੀ। ਕੀਨ ਬਹਾਦਰੀ ਰਾਖ ਦਿਖਾਏ। ਮਹਾਰਾਜ ਨੇ ਨਾਮ ਸੀ ਜਿੱਥੇ ਬਹਾਦਰ ਤੇਗ ਬਹਾਦਰ, ਉਹ ਬਹਾਦਰੀ ਨਾਮ ਦੀ ਰੱਖ ਕੇ ਵਿਖਾ ਦਿੱਤੀ ਹੈ ਜੀ। ਜੋ ਪੁਰ ਤੇ ਸਿੱਖ ਸੀਸ ਕੋ ਲਿਆਇਵ। ਇਦਾਂ ਸੰਗਤ ਜੀ ਫਿਰ ਸੰਗਤਾਂ ਮਹਾਰਾਜ ਕੋਲ ਇਦਾਂ ਦੇ ਬਚਨ ਕਰਦੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਭਾ। ਤੇ ਭਾਈ ਜੈਤਾ ਜੀ ਸੀਸ ਲੈ ਕੇ ਆਏ ਸੀ ਨਾ ਦਿੱਲੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਵੀ ਵਿੱਚ ਹੀ ਬੈਠੇ ਸੀ ਸੰਗਤ ਦੇ। ਸਤਿਗੁਰੂ ਕਲਗੀਧਰ ਸਾਹਿਬ ਨੇ ਆਖਿਆ ਜਿਹੜਾ ਸਿੱਖ ਸੀਸ ਲੈ ਕੇ ਆਇਆ ਨਾ ਭਾਈ ਜੈਤਾ, ਉਹਨੂੰ ਸਾਡੇ ਕੋਲ ਭੇਜੋ।
ਭਾਈ ਜੈਤਾ ਜੀ ਮਹਾਰਾਜ ਦੇ ਕੋਲ ਆਏ ਹਨ। ਬੂਝਤ ਤਾਹੇ ਸਮੀਪ ਬਿਠਾਏ। ਮਹਾਰਾਜ ਨੇ ਸੰਗਤਾਂ ਸਜੀਆਂ ਸਨ ਸੰਸਕਾਰ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ, ਤੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਨੇ ਭਾਈ ਜੈਤਾ ਜੀ ਨੂੰ ਆਪਦੇ ਕੋਲ ਬਹਾ ਲਿਆ। ਕੋਲ ਬਹਾ ਕੇ ਮਹਾਰਾਜ ਨੇ ਤੇ ਭਾਈ ਜੈਤਾ ਜੀ ਨੂੰ ਸਾਰਾ ਕੁਝ ਪੁੱਛਣਾ ਕੀਤਾ ਹੈ। ਕਿਉ ਕਰ ਤੋਹੇ ਕੋ ਪ੍ਰਾਪਤ ਭਾ। ਮਹਾਰਾਜ ਕਹਿੰਦੇ ਭਾਈ ਜੈਤੇ ਸਾਨੂੰ ਦੱਸ ਵੀ ਪਿਤਾ ਗੁਰੂਦੇਵ ਦਾ ਸੀਸ ਤੈਨੂੰ ਕਿਵੇਂ ਪ੍ਰਾਪਤ ਹੋਇਆ? ਵੀ ਸਿੱਖ ਤਾਂ ਬੜੇ ਨੇ ਦਿੱਲੀ ਵਿੱਚ ਰਹਿੰਦੇ, ਤੇਰੇ ਹਿੱਸੇ ਸੇਵਾ ਕਿਵੇਂ ਮਿਲ ਗਈ ਆ ਗਈ ਹੈ? ਕਿਨਹੂ ਨਾ ਪਿਖਿਓ ਨਾ ਕਹੂੰ ਅਟਕਾਏ। ਤੇ ਸੁਣਿਆ ਦਿੱਲੀ ਇੰਨਾ ਪਹਿਰੇਦਾਰ ਸੀ, ਇੰਨੀ ਫੌਜ ਦੇ ਹੁੰਦਿਆਂ ਤੈਨੂੰ ਵੇਖਿਆ ਨਾ ਕਿਸੇ ਨੇ, ਕਿਵੇਂ ਤੈਨੂੰ ਰੋਕਿਆ ਨਾ ਕਿਸੇ ਨੇ? ਦਿੱਲੀੋਂ ਇੱਥੇ ਸੀਸ ਆਉਂਦਿਆਂ ਤੈਨੂੰ ਕਿਸੇ ਨੇ ਰੋਕਿਆ ਨਾ, ਕਿਸੇ ਨੇ ਵੇਖਿਆ ਨਾ, ਕਿਵੇਂ ਤੂੰ ਸਾਡੇ ਗੁਰੂਦੇਵ ਦਾ ਸੀਸ ਇੱਥੇ ਲੈ ਕੇ ਆਇਆ ਹੈ? ਰਾਖੀ ਖਰੇ ਗਨ ਹੋਏ ਸੁਚੇਤ। ਤੇ ਕਿਵੇਂ, ਕਿਉਂਕਿ ਇੰਨੀ ਫੌਜ ਸੀ, ਇੰਨਾ ਪਹਿਰਾ ਸੀ ਉੱਥੇ, ਕਿਵੇਂ ਭਲਾ ਤੂੰ ਐਡੀ ਭਾਰੀ ਸੇਵਾ ਪੂਰੀ ਕੀਤੀ? ਸਾਨੂੰ ਦੱਸਣਾ ਕਰ। ਅਚੇਤ ਭਏ ਕਿਮ ਦੇਹੋ ਬਤਾਏ। ਸਾਨੂੰ ਸਾਰਾ ਕੁਝ ਦੱਸ, ਜਿਵੇਂ ਸਾਰਾ ਕੁਝ ਅਚਨਚੇਤ ਤੂੰ ਇਹ ਸੇਵਾ ਤੈਨੂੰ ਪ੍ਰਾਪਤ ਹੋਈ ਹੈ ਨਾ ਭਾਈ ਜੈਤੇ, ਸਾਨੂੰ ਦੱਸਣਾ ਕਰ ਵੀ ਕੀ ਕਲਾ ਵਾਪਰੀ ਹੈ। ਹਾਥ ਕੋ ਜੋਹਰ ਬਖਾਨ ਕਰਿਓ। ਹੱਥ ਜੋੜ ਕੇ ਭਾਈ ਜੈਤੇ ਜੀ ਨੇ ਫਿਰ ਸਾਰੀ ਜਿਹੜੀ ਗੱਲਬਾਤ ਹੈ ਧੰਨ 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 ਸਾਹਿਬ ਸ੍ਰੀ ਗੁਰੂ ਕਲਗੀਧਰ ਸਾਹਿਬ ਗਰੀਬ ਨਵਾਜ ਮਹਾਰਾਜ ਨੂੰ ਸੁਣਾਉਣਾ ਕੀਤੀ। ਸਤਿਗੁਰਾਂ ਪੁੱਛਿਆ ਭਾਈ ਜੈਤੇ ਦੱਸ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਤੈਨੂੰ ਕਿਵੇਂ ਪ੍ਰਾਪਤ ਹੋਇਆ? ਤੂੰ ਉੱਥੋਂ ਤੈਨੂੰ ਫੌਜ ਚੋਂ ਵੇਖਿਆ ਨਾ ਕਿਸੇ ਨੇ, ਕਿਸੇ ਨੇ ਤੈਨੂੰ ਉੱਥੋਂ ਆਉਂਦੇ ਨੂੰ ਵੇਖਿਆ, ਰਾਹ 'ਚ ਨਾ ਰੋਕਿਆ? ਫਿਰ ਭਾਈ ਜੈਤਾ ਜੀ ਹੱਥ ਜੋੜ ਕੇ ਸੰਗਤ 'ਚ ਖੜੇ ਹੋ ਕੇ ਸਾਰੀ ਕਥਾ ਸੁਣਾਈ। ਫਿਰ ਭਾਈ ਜੈਤੇ ਨੇ ਵੀ ਮਹਾਰਾਜ ਉੱਥੋਂ ਤਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕਰਕੇ ਸਭ ਨੂੰ ਅੰਨ੍ਹਿਆਂ ਕਰ ਦਿੱਤਾ ਸੀਗਾ, ਤੇ ਰਾਹ ਵਿੱਚ ਤਲਾਸ਼ੀ ਹੁੰਦੀ ਜਦੋਂ ਰੋਕਦੇ ਸੀਗੇ ਮਹਾਰਾਜ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹੋ ਜਿਹੀ ਕਰਾਮਾਤ ਵਰਤਾਈ ਸੀ ਵੀ ਸੀਸ ਦੀਦਾ ਨਹੀਂ ਸੀ ਉੱਥੇ ਕਿਸੇ ਨੂੰ ਵੀ ਮਹਾਰਾਜ ਗੁਰੂ ਜੇ ਇਹ ਸੇਵਾ ਭਾਈ ਜੈਤੇ ਨੂੰ ਨਹੀਂ ਮਿਲੀ ਹੈ ਮਹਾਰਾਜ, ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਆਪ ਹੀ ਕਰਾ ਗਏ, ਨਹੀਂ ਤਾਂ ਉੱਥੋਂ ਸੀਸ ਆਉਣਾ ਔਖਾ ਸੀ ਪਾਤਸ਼ਾਹ ਜੀ। ਇੰਨੀ ਸਖਤਾਈ ਸੀ, ਰਾਜ ਫੌਜਾਂ ਮਗਰ ਗਸ਼ਤ ਕਰਦੀਆਂ, ਆਨੰਦਪੁਰ ਸਾਹਿਬ ਤੱਕ ਫੌਜ ਪਿੱਛਾ ਕਰਦੀ ਰਹੀ ਹੈ, ਪਰ ਪਾਤਸ਼ਾਹ ਜੀ ਇਹ ਤਾਂ ਕਿਰਪਾ ਤਾਂ ਕਹੋ ਨਾਨਕ ਸਭ ਤੇਰੀ ਵਡਿਆਈ। ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਹੀ ਇਹ ਸੇਵਾ, ਮਹਾਰਾਜ ਤਾਂ ਆਪਦਾ ਸੀਸ ਆਪ ਹੀ ਲੈ ਕੇ ਆਏ ਹੈ, ਜੈਤੇ ਵਿੱਚ ਇੰਨੀ ਪਾਵਰ ਤਾਕਤ ਨਹੀਂ ਹੈ। ਉਹ ਫਿਰ ਸਾਰੀ ਕਥਾ ਜਦੋਂ ਭਾਈ ਜੈਤੇ ਨੇ ਸੁਣਾਈ ਨਾ, ਤੇ ਗੁਰੂ ਕਲਗੀਧਰ ਸਾਹਿਬ ਜੀ ਤਖਤ ਤੋਂ ਖੜੇ ਹੋ ਗਏ, ਛਾਤੀ ਨਾਲ ਲਾ ਕੇ ਮਰਨ ਆਖਿਆ ਰੰਗਰੇਟਾ ਗੁਰੂ ਕਾ ਬੇਟਾ। ਇਹ ਭਾਈ ਜੈਤਾ ਰੰਗ ਵਿੱਚ ਗੁਰੂ ਦੇ ਵਿੱਚ ਰੇਤਾ ਨਾਮ ਹੁੰਦਾ ਰੰਗੇ ਹੋਏ ਦਾ, ਇਹ ਗੁਰੂ ਕੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ। ਇਹ ਬੇਟਾ ਗੁਰੂ ਕਾ, ਜਿਵੇਂ ਸਾਡੇ ਪੁੱਤਰ ਹੋਣਗੇ ਭਾਵ ਗੁਰੂ ਤੇਗ ਬਹਾਦਰ ਸਾਹਿਬ ਦੇ ਅਸੀਂ ਪੁੱਤਰੇ ਹਾਂ, ਜਿਵੇਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਹਨਗੇ, ਤੇ ਇੱਦਾਂ ਸਾਡੇ ਪੁੱਤਰਾਂ ਦੇ ਵਿੱਚੋਂ ਅਜੇ ਬਾਬਾ ਫਤਿਹ ਸਿੰਘ ਜਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਆਨੰਦ ਨਹੀਂ ਹੋਇਆ ਅਵਤਾਰ, ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਅਜੇ ਆਨੰਦ ਕਾਰਜ ਦਾ ਜ਼ਿਕਰ ਨਹੀਂ ਇੱਥੇ ਆਇਆ, ਪਰ ਮਹਾਰਾਜ ਨੇ ਆਪਦੇ ਆਨੰਦ ਕਾਰਜ ਤੋਂ ਪਹਿਲਾਂ ਹੀ ਭਾਈ ਜੈਤਾ ਜੀ ਨੂੰ ਕਹਿ ਦਿੱਤਾ ਸੀ ਵੀ ਇਹ ਸਾਡਾ ਪੋਤੇ ਹੈ। ਗੁਰੂ ਕਲਗੀਧਰ ਸਾਹਿਬ ਨੇ 10 ਸਾਲ ਦੀ ਉਮਰ ਸੀ ਅਜੇ ਮਹਾਰਾਜ ਗਰੀਬ ਨਵਾਜ ਦੀ, ਤੇ ਭਾਈ ਜੈਤਾ ਜੀ ਦੀ ਉਮਰ ਕਾਫੀ ਸੀ ਉਦੋਂ, ਮਹਾਰਾਜ ਤੋਂ ਕਾਫੀ ਵੱਡੇ ਸੀ ਭਾਈ ਜੈਤਾ ਜੀ। ਤਾਂ ਮਹਾਰਾਜ ਨੇ ਛਾਤੀ ਨਾਲ ਆ ਕੇ ਆਖਿਆ ਸੀਗਾ ਕਿ ਭਾਈ ਇਹ ਗੁਰਮੁਖ ਪਿਆਰਾ ਰੰਗਰੇਟਾ ਗੁਰੂ ਕਾ ਬੇਟਾ, ਸਾਡਾ ਬੇਟਾ ਸਾਡਾ ਪੁੱਤਰ ਹੈ। ਇੱਦਾਂ ਉਹ ਜਿਹੜੀ ਕਥਾ ਅਗਲੀ ਉਹ ਸਾਧ ਸੰਗਤ ਦੀ ਆਪਾਂ ਅਗਲੇ ਦੀ ਬਾਣ ਵਿੱਚ ਵਿਚਾਰਾਂਗੇ। ਫਿਰ ਜਿਵੇਂ ਮਹਾਰਾਜ ਦਾ ਦੁਸ਼ਹਿਰਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਪ੍ਰਸੰਗ ਚੱਲਣਗੇ ਹੌਲੀ ਹੌਲੀ, ਜਿਵੇਂ ਜਿਵੇਂ ਫਿਰ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਧੀਰੇ ਧੀਰੇ ਖਾਲਸਾ ਜੀ ਉਹ ਸਾਰੀ ਜਿਹੜੀ ਆ ਰਾਜ ਸਾਜ ਸੰਭਾਲਿਆ, ਗੁਰੂ ਤੇਗ ਬਹਾਦਰ ਸਾਹਿਬ ਦੇ ਵੱਲੋਂ ਬਖਸ਼ੀ ਗੁਰਤਾ ਗੱਦੀ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹ ਸਾਰਾ ਪਹਿਰਾ ਜਿਹੜਾ ਹੈ ਉਹ ਜਿਹੜਾ ਆਰੰਭਤਾ ਕੀਤੀ, ਉਹ ਜਿਹੜਾ ਪ੍ਰਸੰਗ ਹੈ ਅਗਲੇ ਦੀ ਬਾਣ ਦੇ ਵਿੱਚ ਰਾਗੀ ਸਿੱਖ ਆ ਗਏ ਹੈ ਜੀ। ਤੋ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਿਫਤ ਸਲਾਘਾ ਸੋਭਾ ਹੈ ਉਹ ਅਗਲੇ ਦੀ ਬਾਣ ਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਸਰਵਣ ਕਰਾਂਗੇ। ਇੱਥੇ ਸਮਾਪਤਾ ਹੈ ਭਾਈ ਹੋਈਆਂ ਭੁੱਲਾਂ ਦੀ ਖਿਮਾ ਸੰਗਤ ਜੀ। ਤਕਰੀਬਨ ਹੁਣ ਮਸਾਂ 5 ਦਿਨ ਦੀ ਕਥਾ ਬਾਕੀ ਰਹਿ ਗਈ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਆਪ ਦਾ ਸਮੇਂ 'ਚੋਂ ਸਮਾਂ ਕੱਢ ਕੇ 2 ਵੇਲੇ ਅੰਮ੍ਰਿਤ ਵੇਲੇ ਵੀ ਜਿਹੜਾ ਕੋਈ ਮਸਾਂ 1.5 ਘੰਟੇ ਦਾ ਦੀ ਬਾਣੇ ਹੁੰਦਾ, 1.5 ਪੌਣੇ 2 ਘੰਟੇ ਦਾ, ਇੰਨਾ ਸਮਾਂ ਸੁਬਾਹ ਅਤੇ ਸੰਧਿਆ ਦਾ ਕੱਢ ਕੇ
ਆਪ ਜੀ ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਉਮਰ ਖਾਲਸਾ ਜੀ ਪਿੱਛੇ ਲੰਘ ਚੁੱਕੀ ਹੈ। ਇੱਦਾਂ ਹੀ ਕੱਲ੍ਹ ਨੂੰ ਕਰਾਂਗੇ, ਨਹੀਂ ਗਾਂ ਕੁਝ ਸਮਾਂ ਆਇਆ ਨਾ ਮੈਂ ਵਿਹਲਾ ਹੋ ਜਾਵਾਂਗਾ, ਧੀਆਂ ਪੁੱਤਰਾਂ ਨੂੰ ਜਦੋਂ ਮੈਂ ਸੈੱਟ ਕਰ ਦੇਵਾਂਗਾ ਬਿਲਕੁਲ, ਉਦੋਂ ਬਾਅਦ ਮੈਂ ਫਿਰ ਕਥਾ ਹੀ ਸੁਣਿਆ ਕਰਨੀ ਹੈ। ਫਿਰ ਤਾਂ ਆਪਾਂ ਯਾਤਰਾ 'ਤੇ ਹੀ ਰਹਿਣਾ, ਫਿਰ ਤਾਂ ਸੇਵਾ 'ਤੇ ਹੀ ਰਹਿਣਾ। ਉਹ ਇੱਦਾਂ ਕਰਦਿਆਂ ਅੱਜ ਕੱਲ੍ਹ ਕਰਦਿਆਂ ਅਨ ਦਿਨ ਗੁਜ਼ਰੈ, ਵਿਆਜ ਵਡੰਤਾ ਹੋ ਜਾਏ। ਉਹ ਸਿਰ 'ਤੇ ਵਿਆਜ ਵੱਧਦਾ ਹੀ ਗਿਆ। ਪਰ ਜਿਹੜੀ ਇਹ ਕੰਮਾਂ ਵਾਲੀ ਪੰਡ ਤੇ ਜ਼ਿੰਮੇਵਾਰੀਆਂ ਦੀ ਪੰਡ ਘਟੀ ਤਾਂ ਹੈ ਨਹੀਂ, ਇਹ ਤਾਂ ਭਾਰ ਖਾਲਸਾ ਜੀ ਵੱਧਦਾ ਹੀ ਗਿਆ ਦਿਨੋਂ ਦਿਨ। ਇਸ ਕਰਕੇ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ 2 ਵੇਲੇ ਮਹਾਰਾਜ ਦੇ ਦਰ ਦੇ ਕੀਰਤਨ ਦੀ ਹਾਜ਼ਰੀ, ਕਥਾ ਦੀ ਹਾਜ਼ਰੀ ਭਰ ਕੇ ਸੰਗਤ ਜੀ ਲਾਹਾ ਪ੍ਰਾਪਤ ਕਰੋ। ਤਕਰੀਬਨ 5-7 ਦਿਨ ਦੇ ਦੀਵਾਨ ਰਹਿ ਗਏ। 29 ਤਰੀਕ ਨੂੰ ਪਾਵਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਇੱਥੇ ਪ੍ਰਾਰੰਭ ਹੋ ਜਾਣੇ ਹਨਗੇ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਕਿਉ ਕਰ ਤੋਹੇ ਕੋ ਪ੍ਰਾਪਤ ਭਾ, ਕਿਨਹੂ ਨਾ ਪਿਖਿਓ ਨਾ ਕਹੂੰ ਅਟਕਾਏ। ਰਾਖੇ ਖਰੇ ਗਨ ਹੋਏ ਸੁਚੇਤ, ਅਚੇਤ ਭਏ ਕਿਮ ਦੇਹੋ ਬਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।